श्री वाहिगुरु साहिब जीओ। नासरो मनसूर गुरु गोबिंद सिंह ई जदी मंजूर गुरु गोबिंद सिंह हकरा गंजूर गुरु गोबिंद सिंह जुमला पैज नूर गुरु गोबिंद सिंह हक हक आगाह गुरु गोबिंद सिंह छाही छाहन छाह गुरु गोबिंद सिंह ईकंकारा सतगुरु ते प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। वाहिगुरु जी का खालसा वाहिगुरु जी की फतेह। परम सत्कारयोग गुरु स्वरूप गुरु खालसा साध संगत जी, जितने भी आप माई भाई सिख संगतां दूरों नेड़ियों चल करके महापुरखां दे पावन पवित्र अस्थान अथवा गुरु बाबा जीआं दे सचखंड दरबार दे विच पहुँचे हो। सब सतगुरां दे चरनां दे विच अपणियां हाजरियां लवाउण दे वास्ते चित बिरती नूं बाहरों इकागर करन दी खेचल करो। धन धन साहिब श्री गुरु गोबिंद सिंह जी महाराज जीआं दी पावन पवित्र कथा चल रही है। पिछले प्रकरण दे विच असीं यह विचार सरवण कीती कि श्री आनंदपुर साहिब दे अस्थान ते धन धन साहिब श्री गुरु गोबिंद सिंह जी महाराज अते पहाड़ी राजियां दे विचकार कई दिनां तो जंग आरंभ हो चुकिया सी। तां इस जंग दे विच बहुत वड्डे वड्डे योधे सूरमे ਉਹ ਵੀ ਮਾਰੇ ਜਾਂਦੇ ਹਨ ਅਤੇ ਹੋਰ ਕਾਫੀ ਘੋੜਿਆਂ ਆਦਿ ਦਾ ਨੁਕਸਾਨ ਹੁੰਦਾ ਹੈ। ਤਾਂ ਇਹ ਜੰਗ ਦੇ ਚੱਲਦੇ ਚੱਲਦੇ ਜਿਸ ਟਾਈਮ ਕੇਸਰੀ ਚੰਦ ਨੇ ਇੱਕ ਮਸਤ ਹਾਥੀ ਲਿਆ ਕੇ ਲੋਹਗੜ੍ਹ ਦੇ ਕਿਲੇ ਦਾ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਟਾਈਮ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ ਭਾਈ ਬਚਿੱਤਰ ਸਿੰਘ ਦੀ ਡਿਊਟੀ ਲਾਈ ਕਿ ਉਸ ਮਸਤ ਹਾਥੀ ਨੂੰ, ਜਿਸ ਨੂੰ ਪਹਾੜੀਆਂ ਨੇ ਸ਼ਰਾਬ ਆਦਿ ਪਿਆ ਕੇ ਬੜਾ ਮਸਤ ਕੀਤਾ ਹੋਇਆ ਹੈ, ਸਾਰਾ ਸਰੀਰ ਉਸ ਹਾਥੀ ਦਾ ਲੋਹੇ ਦੇ ਨਾਲ ਢਕਿਆ ਹੋਇਆ ਸੀ ਔਰ ਇਸ ਦੇ ਮੱਥੇ ਦੇ ਉੱਪਰ ਵੀ ਲੋਹੇ ਦੀਆਂ ਤਬੀਆਂ ਬੀੜੀਆਂ ਹੋਈਆਂ ਸਨ। ਇਸ ਦੀ ਸੁੰਡ ਦੇ ਨਾਲ ਇੱਕ ਫੌਲਾਦੀ ਲੋਹੇ ਦੀ ਕਿਰਪਾਨ ਉਹ ਬੰਨੀ ਹੋਈ ਸੀ। ਤਾਂ ਗੁਰੂ ਮਹਾਰਾਜ ਜੀਆਂ ਨੇ ਐਸੇ ਮਸਤ ਹਾਥੀ ਨੂੰ ਰੋਕਣ ਦੇ ਵਾਸਤੇ ਭਾਈ ਬਚਿੱਤਰ ਸਿੰਘ ਦੀ ਡਿਊਟੀ ਲਾਈ। ਤਾਂ ਭਾਈ ਬਚਿੱਤਰ ਸਿੰਘ ਨੇ ਉਸ ਹਾਥੀ ਦੇ ਮੱਥੇ ਦੇ ਵਿੱਚ ਨਾਗਣੀ ਮਾਰ ਕੇ ਜੋ ਤਵੀਆਂ ਨੂੰ ਪਾੜਦੀ ਹੋਈ ਇਸ ਦੇ ਮੱਥੇ ਦੇ ਵਿੱਚ ਜਾ ਗੱਡੀ। ਤਾਂ ਉਹ ਹਾਥੀ ਹੁਣ ਚੰਗਿਆੜਾ ਮਾਰਦਾ ਪਿੱਛੇ ਨੂੰ ਹੀ ਦੌੜ ਜਾਂਦਾ ਹੈ। ਉਹ ਪਹਾੜੀਆਂ ਦੀਆਂ ਫੌਜਾਂ ਨੂੰ ਲਤੜਦਾ ਹੈ। ਬੜੇ ਪਹਾੜੀ ਯੋਧੇ ਸੂਰਮੇ ਇਸ ਹਾਥੀ ਦੇ ਪੈਰਾਂ ਦੇ ਥੱਲੇ ਆ ਕੇ ਕੁਚਲੇ ਜਾਂਦੇ ਹਨ ਔਰ ਬਹੁਤ ਸਾਰਿਆਂ ਨੂੰ ਇਹ ਹਾਥੀ ਆਪਣੇ ਸੁੰਡ ਦੇ ਨਾਲ ਬੰਨੀ ਹੋਈ ਤਲਵਾਰ ਇਹ ਜਦ ਇੱਧਰ ਉੱਧਰ ਘੁਮਾਉਂਦਾ ਹੈ, ਬੜਿਆਂ ਨੂੰ ਫੱਟੜ ਕਰ ਦਿੰਦਾ ਹੈ। ਤਾਂ ਦੂਸਰੀ ਡਿਊਟੀ ਸਤਿਗੁਰੂ ਮਹਾਰਾਜ ਜੀਆਂ ਨੇ ਉਸ ਟਾਈਮ ਭਾਈ ਉਦੇ ਸਿੰਘ ਦੀ ਲਗਾਈ। ਉਸ ਦੀ ਡਿਊਟੀ ਲਗਾਈ
ਕਿ ਜੋ ਕੇਸਰੀ ਚੰਦ ਹੈ ਬੜੀਆਂ ਫੌਜਾਂ ਨੂੰ ਲੈ ਕੇ ਆ ਰਿਹਾ ਹੈ, ਇਸ ਕੇਸਰੀ ਚੰਦ ਨੂੰ ਵੀ ਇਸੇ ਯੁੱਧ ਦੇ ਵਿੱਚ ਰੱਖ ਲੈਣਾ ਹੈ, ਖਤਮ ਕਰਨਾ ਹੈ। ਤਾਂ ਉਹ ਵੀ ਸਤਿਗੁਰੂ ਮਹਾਰਾਜ ਜੀਆਂ ਦੇ ਗੁਰਸਿੱਖ ਨੇ, ਯੋਧੇ ਸੂਰਮੇ ਨੇ ਡਿਊਟੀ ਪੂਰੀ ਕੀਤੀ। ਕੇਸਰੀ ਚੰਦ ਦਾ ਸਿਰ ਵੱਢ ਕੇ ਗੁਰੂ ਕੇ ਹਾਜ਼ਰ ਕੀਤਾ। ਤਾਂ ਇਸ ਤੋਂ ਬਾਅਦ ਜਦ ਉਧਰ ਪਹਾੜੀਆਂ ਦੇ ਵਿੱਚ ਭੀਮ ਚੰਦ ਆਦਿ ਨੂੰ ਪਤਾ ਲੱਗਿਆ ਤੇ ਇਸ ਦੀਆਂ ਸਾਰੀਆਂ ਫੌਜਾਂ ਉਸ ਯੁੱਧ ਤੋਂ ਵਾਪਸ ਮੁੜ ਕੇ ਉੱਥੇ ਪਹੁੰਚ ਗਈਆਂ। ਤਾਂ ਇਹ ਮਨ ਦੇ ਵਿੱਚ ਬੜਾ ਦੁਖੀ ਹੋਇਆ, ਬੜਾ ਪਛਤਾਇਆ ਕਿ ਮੈਂ ਇੰਨੀਆਂ ਫੌਜਾਂ ਲੈ ਕੇ ਆਇਆ, ਇੰਨੀ ਭਾਰੀ ਗਿਣਤੀ ਦੇ ਵਿੱਚ ਸਾਡੇ ਨਾਲ ਫੌਜ, ਪਰ ਦਿਨ ਪ੍ਰਤੀ ਦਿਨ ਸਾਰੀ ਦੀ ਸਾਰੀ ਫੌਜ ਸਾਡੀ ਖਤਮ ਹੁੰਦੀ ਜਾ ਰਹੀ ਹੈ। ਵੱਡੇ ਵੱਡੇ ਯੋਧੇ ਸੂਰਮੇ ਉਹ ਸਾਡੇ ਇਸ ਜੰਗ ਦੇ ਵਿੱਚ ਮਾਰੇ ਗਏ ਹਨ। ਤਾਂ ਇਹਨਾਂ ਹੀ ਚਿੰਤਾਵਾਂ ਦੇ ਵਿੱਚ ਸੀ। ਕਟੋਚ ਦਾ ਰਾਜਾ ਘਮੰਡ ਚੰਦ ਨਾਮ ਕਰਕੇ ਉਹ ਭੀਮ ਚੰਦ ਨੂੰ ਹੌਸਲਾ ਦਿੰਦਾ ਹੈ ਕਿ ਦੇਖੋ, ਜੇਕਰ ਇਸ ਤਰ੍ਹਾਂ ਅਫਸੋਸ ਕਰਨਾ ਸੀ ਮਾਰੇ ਹੋਏ ਯੋਧੇ ਸੂਰਮਿਆਂ ਦਾ ਜੋ ਜੰਗ ਦੇ ਵਿੱਚ ਮਾਰੇ ਗਏ, ਫਿਰ ਜੰਗ ਕਰਨ ਦੇ ਵਾਸਤੇ ਆਉਣਾ ਹੀ ਕਾਹਨੂੰ ਸੀ, ਫਿਰ ਚੜ੍ਹਾਈ ਕਰਕੇ ਆਉਣਾ ਹੀ ਕਾਸ ਦੇ ਵਾਸਤੇ ਸੀ। ਤਾਂ ਉਹ ਕਹਿਣ ਲੱਗਿਆ ਤੁਸੀਂ ਹੌਸਲਾ ਰੱਖੋ, ਕੱਲ੍ਹ ਨੂੰ ਮੈਂ ਆਪਣੀਆਂ ਫੌਜਾਂ ਨੂੰ ਲੈ ਕੇ ਮੂਹਰੇ ਹੋਵਾਂਗਾ, ਅੱਗੇ ਜਾਵਾਂਗਾ, ਤਾਂ ਮੇਰਾ ਜੰਗ ਦੇਖਣਾ ਕਰੋ ਕਿ ਕਿਸ ਤਰ੍ਹਾਂ ਮੈਂ ਜੰਗ ਕਰਕੇ ਔਰ ਅਨੰਦਪੁਰ ਦੇ ਉੱਪਰ ਆਪਣਾ ਕਬਜ਼ਾ ਕਰ ਲਵਾਂਗਾ। ਤਾਂ ਉਸ ਟਾਈਮ ਉਸ ਸਮੇਂ ਭੀਮ ਚੰਦ ਨੂੰ ਥੋੜ੍ਹੀ ਧੀਰਜ ਆਈ। ਅਗਲਾ ਦਿਨ ਹੋਇਆ, ਕਟੋਚ ਦਾ ਰਾਜਾ ਘਮੰਡ ਚੰਦ ਇਹ ਬਹੁਤ ਸਾਰੀ ਫੌਜ ਨੂੰ ਇਕੱਠੀ ਕਰਕੇ ਆਪਣੇ ਨਾਲ ਲੈ ਕੇ ਅੱਗੇ ਆਉਂਦਾ ਹੈ। ਇੱਧਰੋਂ ਗੁਰੂ ਮਹਾਰਾਜ ਜੀਆਂ ਦੇ ਯੋਧੇ ਸੂਰਮੇ ਉਹ ਵੀ ਤਿਆਰ ਬਰ ਤਿਆਰ ਹੀ ਸਨ, ਜੋ ਲੋਹਗੜ੍ਹ ਦੇ ਕਿਲ੍ਹੇ ਦੇ ਵਿੱਚ ਤਾਇਨਾਤ ਕੀਤੇ ਹੋਏ ਸਨ। ਇਹ ਕਿਲ੍ਹੇ ਤੋਂ ਬਾਹਰ ਬਣਾਏ ਹੋਏ ਮੋਰਚਿਆਂ ਦੇ ਵਿੱਚ ਬੈਠ ਕੇ ਵੀ ਯੁੱਧ ਕਰਦੇ ਸਨ। ਤਾਂ ਜਦ ਘਮੰਡ ਚੰਦ ਬੜੇ ਕ੍ਰੋਧਵਾਨ ਹੋ ਕੇ ਗੁਰੂ ਜੀ ਦੀਆਂ ਫੌਜਾਂ ਦੇ ਉੱਪਰ ਆਇਆ ਤਾਂ ਇਸ ਨੇ ਆਪਣੇ ਹੱਥ ਦੇ ਵਿੱਚ ਕਠੋਰ ਧਨੁੱਖ ਫੜਿਆ ਹੋਇਆ ਸੀ। ਇਸ ਨੇ ਐਸੀ ਤੀਰਾਂ ਦੀ ਬੌਛਾੜ ਕੀਤੀ ਤਾਂ ਇੱਕ ਵਾਰ ਤੇ ਗੁਰੂ ਕੇ ਯੋਧੇ ਸੂਰਿਆਂ ਦੇ ਪੈਰ ਹਿਲਾ ਕੇ ਰੱਖ ਦਿੱਤੇ। ਪਰ ਸਤਿਗੁਰੂ ਮਹਾਰਾਜ ਜੀਆਂ ਦੀ ਕਿਰਪਾ ਦੇ ਅਨੁਸਾਰ ਫਿਰ ਇਹ ਯੋਧੇ ਸੂਰਮੇ ਅੱਗੇ ਵਧੇ। ਤਾਂ ਭਾਈ ਆਲਮ ਸਿੰਘ ਨੇ ਦੇਖਿਆ ਕਿ ਇਹ ਘਮੰਡ ਚੰਦ ਬੜੇ ਘਮੰਡ ਦੇ ਵਿੱਚ ਆ ਕੇ ਸਾਡੇ ਯੋਧੇ ਸੂਰਮਿਆਂ ਦੇ ਉੱਪਰ ਤੀਰਾਂ ਦੇ ਵਾਰ ਕਰ ਰਿਹਾ ਹੈ। ਤਾਂ ਭਾਈ ਆਲਮ ਸਿੰਘ ਅੱਗੇ ਵਧਿਆ ਅਤੇ ਅੱਗੇ ਵੱਧ ਕੇ ਇਸ ਨੇ ਇੱਕ ਬੰਦੂਕ ਦੇ ਵਿੱਚੋਂ ਗੋਲੀ ਇਸ ਦੇ ਵੱਲ ਚਲਾਉਣੀ ਕੀਤੀ, ਜੋ ਆਪਣਾ ਦਾਅ ਘਾਹ ਕਰਕੇ ਇੱਧਰ ਉੱਧਰ ਆਪਣਾ ਆਪ ਤੇ ਬਚਾ ਗਿਆ। ਪਰ ਘਮੰਡ ਚੰਦ ਦੇ ਇਸ ਦੇ ਘੋੜੇ ਦੇ ਗਰਦਨ ਦੇ ਵਿੱਚ ਇਹ ਗੋਲੀ ਦਾ ਨਿਸ਼ਾਨਾ ਲੱਗਿਆ, ਉਸ ਦਾ ਘੋੜਾ ਮਰ ਜਾਂਦਾ ਹੈ, ਡਿੱਗ ਜਾਂਦਾ ਹੈ। ਤਾਂ ਉਸ ਤੋਂ ਬਾਅਦ ਇਹ ਘਮੰਡ ਚੰਦ ਕਿਸੇ ਚੀਜ਼ ਦੀ ਓਟ ਲੈ ਕੇ ਓਹਲੇ ਹੋ ਕੇ ਉੱਥੋਂ ਬੈਠਾ ਤੀਰ ਚਲਾਉਂਦਾ ਰਿਹਾ, ਪਰ ਫਿਰ ਵੀ ਗੁਰੂ ਕੇ ਯੋਧੇ ਸੂਰਮਿਆਂ 'ਤੇ ਬੜੇ ਵਾਰ ਕਰਦਾ ਰਿਹਾ। ਤਾਂ ਕਾਫੀ ਸਮਾਂ ਘਮਸਾਣ ਦਾ ਯੁੱਧ ਹੋਇਆ। ਗੁਰੂ ਕੇ ਯੋਧੇ ਸੂਰਮੇ ਅੱਗੇ ਹੋ ਕੇ ਲੜੇ। ਤਾਂ ਇਸ ਤੋਂ ਬਾਅਦ ਕਾਫੀ ਸਮਾਂ ਯੁੱਧ ਹੋਣ ਤੋਂ ਬਾਅਦ ਜਿਸ ਟਾਈਮ ਘਮੰਡ ਚੰਦ ਇਸ ਓਟੇ ਤੋਂ ਜਿੱਥੇ ਓਹਲੇ ਹੋ ਕੇ ਤੀਰ ਚਲਾ ਰਿਹਾ ਸੀ ਤਾਂ ਉੱਠ ਕੇ ਜਾਣ ਲੱਗਿਆ, ਤੇ ਉਸ ਟਾਈਮ ਯੋਧੇ ਸੂਰਮਿਆਂ ਦੀਆਂ ਚੱਲਦੀਆਂ ਗੋਲੀਆਂ ਦੇ ਅਨੁਸਾਰ ਇੱਕ ਗੋਲੀ ਇਸ ਦੇ ਸਰੀਰ ਦੇ ਕਿਸੇ ਅੰਗ 'ਤੇ ਲੱਗ ਜਾਂਦੀ ਹੈ। ਭਾਵੇਂ ਮਰਨ ਤੋਂ ਤੇ ਬਚ ਜਾਂਦਾ ਹੈ ਪਰ ਜ਼ਖਮੀ ਹੋ ਜਾਂਦਾ ਹੈ। ਜਦ ਜ਼ਖਮੀ ਹੋਇਆ, ਇਸ ਤਰ੍ਹਾਂ ਭੀਮ ਚੰਦ ਜੋ ਪਿੱਛੇ ਹੀ ਸੀ ਆਪਣੀਆਂ ਸਾਰੀਆਂ ਫੌਜਾਂ ਦੇ, ਉਹ ਦੇਖਦਾ, ਉਸ ਨੂੰ ਪਤਾ ਚੱਲਿਆ, ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਪਣੇ ਯੋਧੇ ਸੂਰਮਿਆਂ ਨੂੰ ਅੱਗੇ ਭੇਜਦਾ ਕਿ ਅੱਗੇ ਹੋ ਕੇ ਘਮੰਡ ਚੰਦ ਦੇ ਨਾਲ ਹੋ ਕੇ ਤੁਸੀਂ ਯੁੱਧ ਕਰੋ ਔਰ ਉਸ ਦਾ ਜੋ ਜ਼ਖਮ ਹੈ ਉਸ ਨੂੰ ਦੇਖਿਆ ਜਾਵੇ, ਉਸ ਦੀ ਮਦਦ ਦੀ ਸਹਾਇਤਾ ਕੀਤੀ ਜਾਵੇ। ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹਨਾਂ ਦੇ ਯੋਧੇ ਸੂਰਮੇ ਅੱਗੇ ਆਏ। ਘਮੰਡ ਚੰਦ ਨੂੰ ਜ਼ਖਮੀ ਹੋਇਆ ਦੇਖ ਕੇ ਪਿੱਛੇ ਹੀ ਲੈ ਜਾਂਦੇ ਹਨ। ਜਦ ਪਿੱਛੇ ਹੀ ਲੈ ਜਾਂਦੇ ਹਨ ਤਾਂ ਬਾਕੀ ਦੀਆਂ ਸਾਰੀਆਂ ਫੌਜਾਂ ਉਹ ਵੀ ਪਿੱਛੇ ਹਟਣੀਆਂ ਸ਼ੁਰੂ ਹੋ ਜਾਂਦੀਆਂ ਹਨ। ਤਾਂ ਇਸ ਤਰ੍ਹਾਂ ਕਾਫੀ ਸਮਾਂ ਜਦ ਯੁੱਧ ਹੁੰਦਾ ਰਿਹਾ ਤੇ ਪਹਾੜੀਆਂ ਦੀਆਂ ਸਾਰੀਆਂ ਫੌਜਾਂ ਪਿੱਛੇ ਨੂੰ ਹਟਣੀਆਂ ਸ਼ੁਰੂ ਹੋ ਗਈਆਂ। ਤਾਂ ਉਸ ਟਾਈਮ ਭੀਮ ਚੰਦ ਦੇ ਪਾਸ ਸਭ ਫੌਜਾਂ ਪਹੁੰਚ ਜਾਂਦੀਆਂ ਹਨ।
ਇਤਿਹਾਦਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਹਨ, ਆਲਸ ਤੋਂ ਰਹਿਤ ਹੋ ਕੇ ਪ੍ਰੇਮ ਦੇ ਨਾਲ ਸਰਵਣ ਕਰੋ, ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ ਸਗਲ ਚਮੁੰਗ ਜੀਵਤ ਜੋ ਬਚ ਰਹੇ। ਉਸ ਸਮੇਂ ਜਦ ਇਸ ਜੰਗ ਦੇ ਵਿੱਚੋਂ ਭੀਮ ਚੰਦ ਦੀਆਂ ਫੌਜਾਂ ਵਾਪਸ ਆਈਆਂ ਤਾਂ ਜੋ ਜੋ ਇਸ ਜੰਗ ਦੇ ਵਿੱਚੋਂ ਬਚ ਗਏ ਸਨ ਉਹ ਤੇ ਵਾਪਸ ਆਉਣੇ ਹੀ ਸਨ। ਥਕਤ ਹੋਏ ਕਰ ਆਏ। ਔਰ ਜਿਹੜੀਆਂ ਫੌਜਾਂ ਵਾਪਸ ਆਈਆਂ ਉਹ ਵੀ ਕਾਫੀ ਸਮਾਂ ਲੰਮਾ ਸਮਾਂ ਯੁੱਧ ਕਰ ਕਰਕੇ ਬੜੇ ਥੱਕ ਹਾਰ ਗਏ ਸਨ। ਕਾਇਲ ਕੇਤਕ ਨੀਠ ਨੀਠ ਕਰ। ਇਹਨਾਂ ਦੀਆਂ ਫੌਜਾਂ ਦੇ ਵਿੱਚੋਂ ਬਹੁਤ ਸਾਰੇ ਕੋਈ ਗੋਲੀਆਂ ਦਾ ਨਿਸ਼ਾਨ ਲੱਗਣ ਦੇ ਨਾਲ, ਕੋਈ ਤੀਰਾਂ ਦੇ ਨਾਲ, ਕੋਈ ਤਲਵਾਰਾਂ ਦੇ ਨਾਲ ਬੜੇ ਜ਼ਖਮੀ ਹੋ ਗਏ ਸਨ। ਪਹੁੰਚੇ ਦੁੱਖ ਬਿਕਲਾਏ। ਜਿਹੜੇ ਜ਼ਖਮੀ ਹੋ ਗਏ ਸਨ ਉਹ ਤੇ ਮਸਾਂ ਮਸਾਂ ਆਪਣੇ ਡੇਰਿਆਂ ਦੇ ਵਿੱਚ ਵਾਪਸ ਗਏ। ਸ਼ਰੋਨਤ ਸੰਗ ਰੰਗ ਮੈਂ ਰੰਗੇ। ਔਰ ਇਹਨਾਂ ਸਾਰੀਆਂ ਫੌਜਾਂ ਦੇ ਜੋ ਵਸਤਰ ਸਨ, ਕੱਪੜੇ ਸਨ, ਉਹ ਖੂਨ ਦੇ ਨਾਲ ਲੇਥੂ ਪੇਥੂ ਹੋ ਚੁੱਕੇ ਸਨ। ਤਨ ਪਰ ਜਮਿਓ ਵਿਸਾਲਾ। ਔਰ ਬਹੁਤ ਸਾਰਾ ਖੂਨ ਇਹਨਾਂ ਦੇ ਸਰੀਰਾਂ ਦੇ ਉੱਪਰ ਜੰਮਿਆ ਪਿਆ ਸੀ। ਪਰੇ ਕਰਾਏ ਮਾਰ ਮਚੀਬੋ। ਤਾਂ ਇਸ ਘਮਸਾਣ ਦੇ ਯੁੱਧ ਦੇ ਵਿੱਚ ਐਸੀ ਮਾਰ ਮੱਚੀ ਕਿ ਬਹੁਤ ਸਾਰੇ ਜ਼ਖਮੀ ਉੱਚੀ ਉੱਚੀ ਕੁਰਲਾ ਰਹੇ ਸਨ। ਕਰ ਪਗ ਟੁੱਟੇ ਕਰਾਲਾ। ਤਾਂ ਬਹੁਤ ਸਾਰਿਆਂ ਦੇ ਇਸ ਜੰਗ ਦੇ ਵਿੱਚ ਕਿਸੇ ਦੇ ਹੱਥ ਟੁੱਟ ਜਾਂਦੇ ਹਨ, ਕਿਸੇ ਦਾ ਪੈਰ ਵੱਢਿਆ ਜਾਂਦਾ ਹੈ, ਕੋਈ ਕਿਸੇ ਤਰ੍ਹਾਂ ਫੱਟੜ ਹੋਇਆ। ਤਾਂ ਬਹੁਤ ਸਾਰੇ ਯੋਧੇ ਸੂਰਮੇ ਭੀਮ ਚੰਦ ਦੇ ਜੋ ਫੱਟੜ ਹੋਏ ਸਨ ਮਸਾਂ ਮਸਾਂ ਚੱਲ ਕੇ ਜੰਗ ਦੇ ਵਿੱਚੋਂ ਵਾਪਸ ਆਏ। ਇਤ ਸਭ ਸਿੰਘਨ ਕਰੇ ਸੰਭਾਲਨ। ਤਾਂ ਦੂਸਰੀ ਸਾਈਡ ਗੁਰੂ ਮਹਾਰਾਜ ਜੀਆਂ ਦੇ ਯੋਧੇ ਸੂਰਮੇ, ਉਹਨਾਂ ਦੇ ਵਿੱਚੋਂ ਵੀ ਕੁਝ ਕੁ ਫੱਟੜ ਹੋ ਗਏ ਸਨ ਔਰ ਸਿੰਘਾਂ ਨੇ ਵੀ ਉਹਨਾਂ ਦੀ ਸੰਭਾਲ ਕੀਤੀ। ਕਾਇਲ ਮੰਚਨ ਪਾਏ। ਜਿਹੜੇ ਗੁਰੂ ਕੇ ਯੋਧੇ ਸੂਰਮੇ ਜ਼ਖਮੀ ਹੋ ਚੁੱਕੇ ਸਨ ਉਹਨਾਂ ਨੂੰ ਸੇਵਾਦਾਰਾਂ ਨੇ ਅੱਗੇ ਮੰਜਿਆਂ ਦੇ ਉੱਪਰ ਬਿਸਤਰੇ ਵਿਛਾ ਕੇ ਪਾਇਆ ਔਰ ਉਹਨਾਂ ਦੇ ਇਲਾਜ ਦੇ ਵਾਸਤੇ ਜੋ ਉਹਨਾਂ ਨੂੰ ਠੀਕ ਕਰਨਾ ਸੀ ਉਹ ਮੱਲਮ ਪੱਟੀ ਆਦਿ ਕੀਤੀ ਗਈ। ਮਰੇ ਜਿਤਕ ਸੁਰ ਲੋਕ ਪਧਾਰੇ। ਔਰ ਜਿੰਨੇ ਕੁ ਇਸ ਜੰਗ ਦੇ ਵਿੱਚ ਸ਼ਹੀਦ ਹੋਏ ਗੁਰੂ ਕੇ ਯੋਧੇ ਸੂਰਮੇ ਉਹ ਤੇ ਸੱਚਖੰਡ ਦੇ ਵਿੱਚ ਜਾ ਬਿਰਾਜੇ। ਦਾ ਕਰੇ ਇੱਕ ਥਾਏ। ਉਹਨਾਂ ਦੇ ਸਰੀਰ ਪਿੱਛੇ ਗੁਰੂ ਕੇ ਯੋਧੇ ਸੂਰਮਿਆਂ ਨੇ ਇਕੱਠੇ ਕਰਕੇ ਉਹਨਾਂ ਦਾ ਸੰਸਕਾਰ ਕਰ ਦਿੱਤਾ। ਪੌਰ ਲੋਹਗੜ ਭਜੇ ਨਗਾਰਾ। ਤਾਂ ਅੰਮ੍ਰਿਤ ਵੇਲੇ ਤੋਂ ਹੀ ਲੋਹਗੜ੍ਹ ਦੇ ਕਿਲੇ ਦੇ ਗੇਟ ਤੇ ਜੋ ਨਗਾਰਾ ਰੱਖਿਆ ਹੋਇਆ ਸੀ ਉਹ ਵੱਜਣਾ ਸ਼ੁਰੂ ਹੋ ਜਾਂਦਾ। ਸਤਿਗੁਰ ਫਤਿਹ ਬੁਲਾਵੇ। ਤਾਂ ਗੁਰੂ ਕੇ ਯੋਧੇ ਸੂਰਮੇ ਉਹ ਗੁਰੂ ਕੀ ਫਤਿਹ ਅਤੇ ਜਕਾਰੇ ਉੱਚੀ ਉੱਚੀ ਆਵਾਜ਼ ਦੇ ਵਿੱਚ ਬੁਲਾਉਂਦੇ ਰਹਿੰਦੇ ਹਨ। ਜਿਨ ਕੇ ਮੋਹ ਨਾ ਸ਼ੋਕ ਕਹਾਂ ਹੋਏ। ਜਿਨ੍ਹਾਂ ਗੁਰੂ ਕੇ ਸਿੱਖਾਂ ਦੇ ਹਿਰਦੇ ਦੇ ਵਿੱਚ ਮੋਹ ਆਦਿ ਦੀ ਕੋਈ ਪਕੜ ਨਹੀਂ ਹੈ, ਦੁਨਿਆਵੀ ਪਦਾਰਥਾਂ ਦੇ ਨਾਲ ਕੋਈ ਵੀ ਮੋਹ ਨਹੀਂ ਹੈ, ਉਹਨਾਂ ਦੇ ਹਿਰਦੇ ਦੇ ਵਿੱਚ ਕਵੀ ਜੀ ਕਹਿੰਦੇ ਕਿ ਫਿਰ ਸ਼ੋਕ ਵੀ ਕਿੱਥੋਂ ਹੋ ਸਕਦਾ ਹੈ। ਸਿੱਖੀ ਸਦਾ ਕਮਾਵੇ। ਜੋ ਸਦਾ ਹੀ ਗੁਰਸਿੱਖੀ ਕਮਾਉਂਦੇ ਸਨ। ਸ੍ਰੀ ਕਲਗੀਧਰ ਕੇ ਟਿਗ ਗਮਨੇ। ਤਾਂ ਕੁਝ ਕੁ ਯੋਧੇ ਸੂਰਮੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਪਾਸ ਪਹੁੰਚ ਜਾਂਦੇ ਹਨ। ਕੇਤਨ ਦਰਸ਼ਨ ਕੀਨਾ। ਕਈਆਂ ਨੇ ਆ ਕੇ ਗੁਰੂ ਮਹਾਰਾਜ ਜੀਆਂ ਦਾ ਦਰਸ਼ਨ ਕੀਤਾ। ਅਪਰ ਲੋਗੜ ਮੇ ਡਿਡ ਬਾਸੇ। ਹੋਰ ਜਿੰਨੇ ਵੀ ਗੁਰੂ ਕੇ ਯੋਧੇ ਸੂਰਮੇ ਸਨ ਜਿਨ੍ਹਾਂ ਨੂੰ ਲੋਹਗੜ੍ਹ ਦੇ ਕਿਲੇ ਦੇ ਵਿੱਚ ਤਾਇਨਾਤ ਕੀਤਾ ਗਿਆ ਸੀ ਉਹ ਆਪੋ ਆਪਣੀ ਡਿਊਟੀ ਤੇ ਲੋਹਗੜ੍ਹ ਦੇ ਕਿਲੇ ਦੇ ਵਿੱਚ ਹਾਜ਼ਰ ਖੜੇ ਹਨ। ਗੁਰਪਗ ਮੈਂ ਚਿਤ ਦੀਨਾ। ਜਿਨ੍ਹਾਂ ਨੇ ਜੰਗ ਦਾ ਉਤਸ਼ਾਹ ਮਨ ਦੇ ਵਿੱਚ ਧਾਰਿਆ ਹੋਇਆ ਹੈ ਅਤੇ ਆਪਣੇ ਮਨ ਨੂੰ ਗੁਰੂ ਕੇ ਚਰਨਾਂ ਦੇ ਨਾਲ ਜੋੜਨਾ ਕੀਤਾ। ਜੁਦ ਵਾਰਤਾ ਸਰਬ ਸੁਨਾਈ। ਤਾਂ ਜੋ ਯੋਧੇ ਸੂਰਮੇ ਗੁਰੂ ਕੇ ਹਾਜ਼ਰ ਹੋਏ ਸਨ ਉਹਨਾਂ ਨੇ ਗੁਰੂ ਮਹਾਰਾਜ ਜੀਆਂ ਦੇ ਪਾਸ
ਜੋ ਸਾਰੇ ਦਿਨ ਦਾ ਜੰਗ ਹੋਇਆ ਸੀ, ਉਹ ਸਾਰੇ ਦਿਨ ਦੀ ਜੰਗ ਦੀ ਵਾਰਤਾ ਦੱਸਣਾ ਕੀਤੀ। ਆਜ ਕਟੋਚੀ ਰੋਹਾ, ਇਹ ਦੱਸਿਆ ਕਿ ਸੱਚੇ ਪਾਤਸ਼ਾਹ ਅੱਜ ਕਟੋਚ ਦਾ ਰਾਜਾ ਘਮੰਡ ਚੰਦ ਉਹ ਬੜੇ ਰੋਬ ਦੇ ਵਿੱਚ ਆ ਕੇ, ਬੜੇ ਕ੍ਰੋਧ ਦੇ ਵਿੱਚ ਆ ਕੇ ਸਿੰਘਾਂ ਦੇ ਉੱਪਰ ਹਮਲਾ ਕਰ ਰਿਹਾ ਸੀ। ਪੁੰਜ ਹੇਲ ਕਾਲਿਓ ਦੋਏ ਦਿਸ ਤੇ, ਭਾਵੇਂ ਦੋਨੇ ਦਿਸ਼ਾ ਤੋਂ ਬੜਾ ਜ਼ਬਰਦਸਤ ਹਮਲਾ ਕੀਤਾ ਗਿਆ, ਔਰ ਉਧਰਲੀਆਂ ਫੌਜਾਂ ਵੀ ਬੜੇ ਰੋਬ ਦੇ ਵਿੱਚ ਸਨ, ਇੱਧਰਲੀਆਂ ਫੌਜਾਂ ਵੀ। ਤਾਂ ਸਾਰਾ ਦਿਨ ਬੜਾ ਘਮਸਾਣ ਦਾ ਜੰਗ ਹੁੰਦਾ ਰਿਹਾ। ਬਜਿਓ ਲੋਹ ਸੋ ਲੋਹਾ, ਲੋਹ ਦੇ ਨਾਲ ਲੋਹ ਵੱਜਿਆ, ਜਾਣੇ ਕਿਰਪਾਨਾਂ ਨਾਲ ਕਿਰਪਾਨਾਂ ਖੜਕੀਆਂ, ਔਰ ਬੜਾ ਹੀ ਘਮਸਾਣ ਦਾ ਜੰਗ ਹੋਇਆ। ਰਿਓ ਪਰਵਲ ਜਬ ਉਠਨ ਲਗਿਓ, ਸਾਰੀ ਵਾਰਤਾ ਜੋ ਗੁਰਸਿੱਖ ਗੁਰੂ ਜੀ ਦੇ ਪਾਸ ਹਾਜ਼ਰ ਹੋਏ ਸਨ ਨਾ, ਸਾਰੀ ਗੱਲ ਯੁੱਧ ਦੀ ਦੱਸ ਰਹੇ ਸਨ ਕਿ ਸੱਚੇ ਪਾਤਸ਼ਾਹ ਪਹਿਲੇ ਤੇ ਘਮੰਡ ਚੰਦ ਆਪਣੀਆਂ ਹਜ਼ਾਰਾਂ ਫੌਜਾਂ ਨੂੰ ਲੈ ਕੇ ਅੱਗੇ ਆਇਆ ਤੇ ਇਸ ਨੇ ਗੁਰੂ ਕੇ ਯੋਧੇ ਸੂਰਮਿਆਂ ਦੇ ਉੱਪਰ ਆਪਣਾ ਪ੍ਰਭਾਵ ਪਾਇਆ। ਤਾਂ ਜਿਸ ਟਾਈਮ ਗੁਰੂ ਕੇ ਯੋਧੇ ਸੂਰਮਿਆਂ ਦੇ ਵੀ ਪੈਰ ਹਲ ਜਾਂਦੇ ਹਨ, ਤਾਂ ਫਿਰ ਗੁਰੂ ਕੇ ਯੋਧੇ ਸੂਰਮਿਆਂ ਨੇ ਵੀ ਤਕੜੇ ਹੋ ਕੇ ਅੱਗੇ ਹਮਲਾ ਕੀਤਾ, ਤਾਂ ਪਹਾੜੀਆਂ ਦੀਆਂ ਸੈਨਾ ਨੂੰ ਪਿੱਛੇ ਹਟਾ ਦਿੱਤਾ। ਫਿਰ ਇੰਨੇ ਸਮੇਂ ਤੋਂ ਬਾਅਦ ਜਦ ਘਮੰਡ ਚੰਦ ਅੱਗੇ ਹੋ ਕੇ ਦੁਬਾਰਾ ਯੁੱਧ ਕਰਦਾ ਹੈ ਤੇ ਗੁਲਕਾ ਲਗੀ ਕਿਥਾਈ, ਤਾਂ ਯੁੱਧ ਕਰਦੇ ਕਰਦੇ ਇਸ ਦਾ ਘੋੜਾ ਤੇ ਆਲਮ ਸਿੰਘ ਦੀ ਗੋਲੀ ਦੇ ਨਿਸ਼ਾਨੇ ਨਾਲ ਮਾਰਿਆ ਗਿਆ ਸੀ। ਇੱਕ ਓਟਾ ਲੈ ਕੇ, ਓਲਾ ਲੈ ਕੇ ਤੀਰ ਚਲਾਉਂਦਾ ਰਿਹਾ, ਕਾਫੀ ਸਮਾਂ ਤੀਰ ਚਲਾਉਂਦਾ ਰਿਹਾ। ਜਦ ਇਸ ਓਲੇ ਦੇ ਉੱਪਰੋਂ, ਓਟੇ ਦੇ ਉੱਪਰੋਂ ਉੱਠ ਕੇ ਜਾਣ ਲੱਗਿਆ, ਤਾਂ ਉਸ ਟਾਈਮ ਕਿਸੇ ਗੁਰੂ ਕੇ ਯੋਧੇ ਸੂਰਮੇ ਦੇ ਗੋਲੀ ਦਾ ਨਿਸ਼ਾਨਾ ਇਸ ਘਮੰਡ ਚੰਦ ਦੇ ਲੱਗ ਜਾਂਦਾ ਹੈ। ਜੋਧਾ ਪੁੰਜ ਗਲ ਲੈ ਗਮਨਿਓ, ਉਹ ਘਮੰਡ ਚੰਦ ਭਾਵੇਂ ਮਰਨ ਤੋਂ ਤੇ ਬਚ ਜਾਂਦਾ ਹੈ, ਪਰ ਜ਼ਖਮੀ ਹੋ ਕੇ ਉਹ ਪਿੱਛੇ ਮੁੜਦਾ ਹੈ। ਭੀਮ ਚੰਦ ਦੇ ਭੇਜੇ ਹੋਏ ਹਜ਼ਾਰਾਂ ਯੋਧੇ ਸੂਰਮੇ ਉਸ ਨੂੰ ਜ਼ਖਮੀ ਨੂੰ ਉਸ ਯੁੱਧ ਦੇ ਵਿੱਚੋਂ ਲੈ ਕੇ ਪਿੱਛੇ ਦੌੜ ਜਾਂਦੇ ਹਨ। ਗਏ ਮੂੰਡ ਪਛਤਾਈ, ਫਿਰ ਇਹ ਮੂਰਖਾ ਮਤੀ ਵਾਲੇ ਪਛਤਾਉਂਦੇ ਹੋਏ ਸਾਰੇ ਪਿੱਛੇ ਹਟ ਜਾਂਦੇ ਹਨ। ਪ੍ਰਭ ਜੀ ਕਾਇਲ ਸਿੰਘ ਪੈਬੋ, ਇਹ ਸਾਰੀ ਵਾਰਤਾ ਦੱਸਣ ਤੋਂ ਬਾਅਦ ਸਤਿਗੁਰਾਂ ਨੂੰ ਦੱਸਣਾ ਕੀਤਾ ਕਿ ਸੱਚੇ ਪਾਤਸ਼ਾਹ ਆਪਣੇ ਵੀ ਯੋਧੇ ਸੂਰਮੇ ਕੁਛ ਘਾਇਲ ਪਏ ਹਨ, ਇਸ ਜੰਗ ਦੇ ਵਿੱਚ ਜ਼ਖਮੀ ਹੋ ਗਏ ਹਨ। ਸਾਲ ਪੱਤਰ ਪਠਵਾਵੋ, ਉਹਨਾਂ ਦੇ ਆਰਾਮ ਦੇ ਵਾਸਤੇ, ਉਹਨਾਂ ਦੇ ਇਲਾਜ ਦੇ ਵਾਸਤੇ ਆਪ ਸਾਲ ਪੱਤਰ ਨਾਮ ਦੀ ਮੱਲਮ ਭੇਜਣਾ ਕਰੋ। ਕਿਰਪਾ ਕਰੋ ਤਨ ਪੀਰਾ ਹਰੀ ਹੈ, ਤੁਸੀਂ ਕਿਰਪਾ ਕਰੋ ਆਪਣੇ ਯੋਧੇ ਸੂਰਮੇ ਜੋ ਜ਼ਖਮੀ ਹੋਏ ਹਨ ਉਹਨਾਂ ਨੂੰ ਸਾਲ ਪੱਤਰ ਦੇ ਕੇ ਇਹ ਮਲਮ ਲਾ ਕੇ ਠੀਕ ਕੀਤਾ ਜਾਵੇ, ਅਤੇ ਤੁਸੀਂ ਆਪਣੀ ਕਿਰਪਾ ਦ੍ਰਿਸ਼ਟੀ ਦੇ ਨਾਲ, ਮਿਹਰਾਂ ਦੀ ਦ੍ਰਿਸ਼ਟੀ ਦੇ ਨਾਲ ਉਹਨਾਂ ਦਾ ਸਾਰਾ ਦੁੱਖ ਅਤੇ ਸਾਰਾ ਦਰਦ ਦੂਰ ਕਰ ਦੇਵੋ। ਹੋਏ ਸਹਾਇ ਬਚਾਵੋ, ਆਪਣੇ ਯੋਧੇ ਸੂਰਮਿਆਂ ਨੂੰ ਅੰਗ ਸੰਗ ਸਹਾਈ ਹੋ ਕੇ ਬਚਾਉਣਾ ਕਰੋ। ਜਥਾ ਜੋਗ ਸਭ ਕੋ ਦੇ ਧੀਰਜ, ਸਤਿਗੁਰੂ ਮਹਾਰਾਜ ਜੀਆਂ ਨੇ ਜਥਾ ਜੋਗ ਸਭ ਯੋਧੇ ਸੂਰਮਿਆਂ ਨੂੰ ਧੀਰਜ ਬਖਸ਼ਣਾ ਕੀਤਾ। ਸਤਿਗੁਰ ਨਿਕਟ ਬਿਠਾਏ, ਸਤਿਗੁਰੂ ਮਹਾਰਾਜ ਜੀਆਂ ਨੇ ਆਪਣੇ ਪਾਸ ਆਪਣੇ ਸਿੱਖ ਸੇਵਕਾਂ ਨੂੰ ਬਿਠਾਇਆ। ਹਿਤ ਕਾਇਲ ਅਰ ਸਭ ਸਿੰਘਨ, ਫਿਰ ਸਤਿਗੁਰੂ ਮਹਾਰਾਜ ਜੀਆਂ ਨੇ ਇਹਨਾਂ ਸਿੰਘਾਂ ਦੇ ਨਾਲ ਬਚਨ ਵਿਲਾਸ ਕਰਦੇ ਹੋਏ ਜੋ ਸਿੰਘ ਜ਼ਖਮੀ ਹੋਏ ਸਨ ਉਹਨਾਂ ਦੇ ਵਾਸਤੇ, ਅਤੇ ਹੋਰ ਜੋ ਲੋਹਗੜ੍ਹ ਦੇ ਕਿਲੇ ਦੇ ਵਿੱਚ ਤਾਇਨਾਤ ਕੀਤੇ ਸਨ ਉਹਨਾਂ ਦੇ ਵਾਸਤੇ ਸਭ ਲੋੜੀਂਦਾ ਸਮਾਨ, ਖਾਣ ਪਾਣ ਦੀਆਂ ਵਸਤੂਆਂ ਅਤੇ ਹੋਰ ਜੋ ਵੀ ਲੋੜੀਂਦਾ ਸਮਾਨ ਸੀ ਸਾਰਾ ਗੁਰੂ ਮਹਾਰਾਜ ਜੀਆਂ ਨੇ ਉੱਥੇ ਭੇਜ ਦਿੱਤਾ। ਵਸਤ ਸਮੂਹ ਪਠਾਏ, ਸਾਰੀਆਂ ਵਸਤੂਆਂ ਜਿਨ੍ਹਾਂ ਜਿਨ੍ਹਾਂ ਚੀਜ਼ਾਂ ਦੀ ਲੋੜ ਸੀ ਸਤਿਗੁਰੂ ਮਹਾਰਾਜ ਜੀਆਂ ਨੇ ਇਹਨਾਂ ਯੋਧੇ ਸੂਰਮਿਆਂ ਤੋਂ ਪੁੱਛ ਕੇ ਸਭ ਕੁਝ ਉੱਥੇ ਭੇਜ ਦਿੱਤਾ। ਦੋਹਰਾ ਨਿਸਮੇ ਮਿਲੇ ਗਰੀਸ ਸਭ, ਜੇ ਕਟੋਚ ਮੈਂ ਪਾਲ। ਔਰ ਉਧਰ ਦੂਸਰੇ ਪਾਸੇ ਪਹਾੜੀਆਂ ਦੀ ਸੈਨਾ ਦੇ ਵੱਲ ਰਾਤ ਦੇ ਸਮੇਂ ਜਿੰਨੇ ਵੀ ਇਹ ਪਹਾੜੀ ਰਾਜੇ ਸਨ ਇੱਕ ਜਗ੍ਹਾ ਇਕੱਠੇ ਹੋ ਜਾਂਦੇ ਹਨ। ਭੀਮ ਚੰਦ ਦੇ ਪਾਸ ਇਕੱਠੇ ਹੋਏ, ਅਤੇ ਜਿੱਥੇ ਘਮੰਡ ਚੰਦ ਜੋ ਕਟੋਚ ਦਾ ਰਾਜਾ ਸੀ
ਇਸ ਦਾ ਡੇਰਾ ਸੀ ਤਾਂ ਸਾਰੇ ਮਿਲ ਕੇ ਉਸ ਦੇ ਪਾਸ ਜਾਂਦੇ ਹਨ। ਭੀਮ ਚੰਦ ਪੀਤੇ ਗਇਓ ਰਾਜੇ ਰਾਣੇ ਜਾਲ। ਘਮੰਡ ਚੰਦ ਦੇ ਪਾਸ ਜੋ ਇਸ ਜੰਗ ਦੇ ਵਿੱਚ ਜ਼ਖਮੀ ਹੋ ਗਿਆ ਸੀ, ਭੀਮ ਚੰਦ ਵੀ ਚੱਲ ਕੇ ਪਹੁੰਚਿਆ। ਹੋਰ ਜਿੰਨੇ ਵੀ ਰਾਜੇ ਰਾਣੇ ਸਨ ਇਹਨਾਂ ਪਹਾੜੀਆਂ ਦੇ, ਸਾਰੇ ਉੱਥੇ ਹੀ ਇਕੱਠੇ ਹੋ ਜਾਂਦੇ ਹਨ। ਚੌਪਈ ਪੰਮਾ ਆਦ ਵਜ਼ੀਰ ਅਨੇਕ। ਜਿੱਥੇ ਇਹ ਰਾਜੇ ਪਹਾੜੀ ਇਕੱਠੇ ਹੋਏ ਸਨ, ਇਹਨਾਂ ਰਾਜਿਆਂ ਦੇ ਬੜੇ ਵਜ਼ੀਰ ਉਹ ਵੀ ਇਸ ਸਥਾਨ ਤੇ ਇਕੱਠੇ ਹੁੰਦੇ ਹਨ। ਜਿੱਥੇ ਹੋਰ ਵਜ਼ੀਰ ਸਨ ਉੱਥੇ ਭੀਮ ਚੰਦ ਦਾ ਵਜ਼ੀਰ ਪੰਮਾ ਨਾਮ ਕਰਕੇ ਇਹ ਵੀ ਹੁਣ ਉੱਥੇ ਘਮੰਡ ਚੰਦ ਦੇ ਪਾਸ ਹੀ ਖੜਾ ਹੈ। ਮਿਲੇ ਸਿਆਣੇ ਸੁਮਤ ਵਿਵੇਕ। ਤੇ ਬੜੇ ਸਿਆਣੇ ਸਿਆਣੇ ਸੂਝਵਾਨ ਵੀ ਇਹਨਾਂ ਦੇ ਵਿੱਚ ਸਨ। ਸਭਾ ਵਿਸਾਲ ਸਮੂਹ ਲਗਾਈ। ਸਾਰਿਆਂ ਨੇ ਰਾਤ ਦੇ ਟਾਈਮ ਇੱਕ ਬੜੀ ਵੱਡੀ ਸਭਾ ਲਾਉਣਾ ਕੀਤੀ। ਚਾਰ ਮਸਾਲਾ ਬਹੁ ਜਵਲਤਾਈ। ਰਾਤ ਦੇ ਸਮੇਂ ਚਾਨਣ ਕਰਨ ਦੇ ਵਾਸਤੇ ਬੜੀਆਂ ਮਿਸਾਲਾਂ ਜਗਾਉਣੀਆਂ ਕੀਤੀਆਂ। ਭੀਮ ਚੰਦ ਮਤ ਮੰਦ ਗੁਮਾਨੀ। ਭੀਮ ਚੰਦ ਜੋ ਮੰਦੀ ਮਤ ਵਾਲਾ ਬੜਾ ਹੰਕਾਰੀ ਸੀ, ਇਹ ਆਪਣੇ ਹੰਕਾਰ ਦੇ ਵਿੱਚ ਆ ਕੇ ਤੇ ਗੁਰੂ ਮਹਾਰਾਜਿਆਂ ਤੇ ਫੌਜਾਂ ਚੜਾ ਕੇ ਲੈ ਕੇ ਆਉਂਦਾ ਸੀ। ਭਾਵੇਂ ਪਹਿਲੇ ਵੀ ਕਈ ਦਫਾ ਇਸ ਨੂੰ ਪਤਾ ਲੱਗ ਚੁੱਕਿਆ ਸੀ। ਜਿਸ ਟਾਈਮ ਵੀ ਗੁਰੂ ਮਹਾਰਾਜਿਆਂ ਤੇ ਹਮਲਾ ਕਰਕੇ ਆਉਂਦੇ ਤਾਂ ਇਹਨਾਂ ਨੂੰ ਮੂੰਹ ਦੀ ਹੀ ਖਾਣੀ ਪੈਂਦੀ। ਬੜੇ ਆਪਣੇ ਯੋਧੇ ਸੂਰਮੇ ਮਰਵਾ ਕੇ ਫਿਰ ਵਾਪਸ ਚਲੇ ਜਾਂਦੇ। ਇਸ ਵਾਰ ਵੀ ਇਹਨਾਂ ਨੇ ਵੱਡਾ ਜੰਗ ਮੰਡਿਆ ਹੈ ਔਰ ਇਸ ਜੰਗ ਦੇ ਵਿੱਚ ਵੀ ਬੜੀ ਗਿਣਤੀ ਦੇ ਵਿੱਚ ਆਪਣੀ ਫੌਜ ਮਰਵਾਈ। ਬੜੇ ਵੱਡੇ ਵੱਡੇ ਯੋਧੇ ਸੂਰਮੇ ਮਰਵਾ ਲਏ ਹਨ, ਪਰ ਮੰਦੀ ਮਤ ਵਾਲਾ ਹੰਕਾਰ ਦੇ ਵਿੱਚ ਆ ਕੇ ਪਿੱਛੇ ਹਟਣ ਦਾ ਨਾਮ ਨਹੀਂ ਲੈਂਦਾ। ਸਵਨ ਸੁਨਾਵਤ ਗਿਰਾ ਬਖਾਨੀ। ਤਾਂ ਉਸ ਟਾਈਮ ਸਾਰੇ ਰਾਜੇ ਰਾਣਿਆਂ ਦੇ ਵਿੱਚ ਇਹ ਭੀਮ ਚੰਦ ਕਹਿਣ ਲੱਗਾ। ਅਨਕ ਪ੍ਰਕਾਰਨ ਤੇ ਲੜ ਰਹੇ। ਸਾਰੇ ਰਾਜੇ ਰਾਣਿਆਂ ਦੇ ਵਿੱਚ ਕਹਿਣ ਲੱਗਿਆ ਕਿ ਦੇਖੋ, ਆਪਾਂ ਗੁਰੂ ਜੀਆਂ ਦੇ ਨਾਲ ਜੰਗ ਕਰਕੇ ਬੜੀ ਆਪਣੀ ਫੌਜ ਮਰਵਾ ਲਈ ਹੈ। ਨਹੀਂ ਮਨੋਰਥ ਕਿਉਂ ਹੂੰ ਲਏ। ਬੜੇ ਦਿਨ ਹੋ ਗਏ ਜੰਗ ਕਰਦਿਆਂ ਨੂੰ, ਪਰ ਆਪਣਾ ਮਨੋਰਥ ਅਜੇ ਤੱਕ ਸਿੱਧ ਨਹੀਂ ਹੋਇਆ। ਜਿਸ ਕਾਰਜ ਦੇ ਵਾਸਤੇ ਆਪਾਂ ਇੰਨੀ ਲੱਖਾਂ ਦੀ ਗਿਣਤੀ ਦੇ ਵਿੱਚ ਫੌਜ ਇਕੱਠੀ ਕਰਕੇ ਲੈ ਕੇ ਆਏ, ਔਰ ਉਹ ਕੰਮ ਤੇ ਅਜੇ ਤੱਕ ਵੀ ਆਪਣਾ ਸਰਿਆ ਨਹੀਂ ਹੈ। ਦਿਵਸ ਮਾਸ ਕੇ ਅਦਕ ਬਿਤਾਏ। ਤਾਂ ਕਹਿਣ ਲੱਗਿਆ ਕਿ ਦੇਖੋ, 1 ਮਹੀਨੇ ਤੋਂ ਵੀ ਜ਼ਿਆਦਾ ਦਿਨ ਬਤੀਤ ਹੋ ਗਏ, ਇਹ ਤੇ ਗੁਰੂ ਜੀਆਂ ਦੇ ਨਾਲ ਆਪਾਂ ਜੰਗ ਛੇੜਿਆ ਹੋਇਆ ਹੈ। ਲੜਤ ਰਹੇ ਗਨ ਸੁਪਟ ਖਪਾਏ। ਔਰ ਕਿੰਨਾ ਸਮਾਂ ਹੋ ਗਿਆ ਜੰਗ ਕਰਦਿਆਂ ਨੂੰ। ਇਹ ਜੰਗ ਕਰ ਕਰਕੇ ਆਪਣੇ ਬੜੇ ਵੱਡੇ ਵੱਡੇ ਯੋਧੇ ਸੂਰਮੇ ਆਪਾਂ ਇਸ ਜੰਗ ਦੇ ਵਿੱਚ ਮਰਵਾ ਲਏ ਹਨ। ਰਾਜਨੀਤ ਕੇ ਚਤੁਰ ਉਪਾਏ। ਆਪਣੇ ਪਹਾੜੀ ਰਾਜਿਆਂ ਦੇ ਨਾਲ ਗੱਲਾਂ ਬਾਤਾਂ ਕਰਦਾ ਭੀਮ ਚੰਦ ਕਹਿਣ ਲੱਗਿਆ ਕਿ ਦੇਖੋ, ਜੋ ਰਾਜਨੀਤੀ ਦੇ 4 ਉਪਾਅ ਹਨ ਨਾ, ਇਹਨਾਂ ਉਪਾਵਾਂ ਦੇ ਵਿੱਚੋਂ 3 ਤੇ ਆਪਾਂ ਕੀਤੇ ਹੀ ਨਹੀਂ। ਸਕਲ ਵਿਚਾਰੋ ਚਿਤ ਕੋ ਲਾਏ। ਤੇ ਸਾਰੇ ਬਚਾ ਕੇ ਵਿਚਾਰ ਕਰਕੇ ਦੇਖੋ ਕਿ ਜੋ ਰਾਜਨੀਤ ਦੇ 4 ਉਪਾਅ ਹਨ, ਸ਼ਾਮ, ਦਾਮ, ਦੰਡ, ਭੇਦ। ਸ਼ਾਮ ਕਹੀਏ ਕਿ ਜਿਸ ਦੁਸ਼ਮਣ ਨੂੰ, ਬੈਰੀ ਨੂੰ ਜਿੱਤਣਾ ਹੋਵੇ ਤੇ ਉਸ ਦੀ ਸ਼ਰਨ ਦੇ ਵਿੱਚ ਪੈ ਕੇ ਕੋਈ ਇਸ ਤਰੀਕੇ ਦੇ ਨਾਲ ਫਿਰ ਚਾਲ ਖੇਡੀ ਜਾਵੇ ਕਿ ਉਹਨਾਂ ਨੂੰ ਜਿੱਤਿਆ ਜਾਵੇ। ਰਾਜਨੀਤੀ ਦੇ 4 ਉਪਾਅ ਮੰਨੇ ਹਨ। ਪਹਿਲਾ ਸ਼ਾਮ ਹੈ ਕਿ ਦੁਸ਼ਮਣ ਦੀ ਸ਼ਰਨ ਦੇ ਵਿੱਚ ਪੈ ਜਾਵੋ, ਫਿਰ ਮੌਕਾ ਦੇਖ ਕੇ ਔਰ ਉਹਨਾਂ 'ਤੇ ਆਪਣੀ ਜਿੱਤ ਪ੍ਰਾਪਤ ਕੀਤੀ ਜਾਵੇ। ਦੂਸਰਾ ਹੈ ਦਾਮ, ਜੋ ਦਾਮ ਧਨ ਦੌਲਤ ਪੈਸਾ ਦੇ ਕੇ ਕਿਸੇ ਨਾ ਕਿਸੇ ਤਰੀਕੇ ਦੇ ਅਨੁਸਾਰ ਆਪਣਾ ਕਾਰਜ ਸਿੱਧ ਕਰ ਲਿਆ ਜਾਵੇ। ਤੇ ਤੀਸਰਾ ਹੈ ਭੇਦ ਨੀਤੀ ਹੈ ਕਿ ਉਹਨਾਂ ਦੇ ਵਿੱਚ ਉਹਨਾਂ ਦਾ ਸਾਰਾ ਭੇਤ ਲੈ ਕੇ ਉਹਨਾਂ ਦੇ ਵਿੱਚ ਪਾਟਕ ਪਾ ਕੇ ਵੱਖੋ ਵੱਖਰੇ ਕਰਕੇ ਸਾਰਾ ਭੇਦ ਲੈਣ ਤੋਂ ਬਾਅਦ ਦੁਸ਼ਮਣ 'ਤੇ ਜਿੱਤ ਪ੍ਰਾਪਤ ਕੀਤੀ ਜਾਵੇ। ਇਹਨਾਂ 3 ਉਪਾਵਾਂ ਤੋਂ ਬਾਅਦ ਆਉਂਦਾ ਹੈ ਦੰਡ ਉਪਾਅ, ਕਿ ਦੰਡ ਕਰਨਾ, ਦੇਣਾ ਜਾਣੇ ਯੁੱਧ ਕਰਨਾ ਹੀ ਉਚਿਤ ਹੁੰਦਾ ਹੈ। ਇਹ ਰਾਜਨੀਤੀ ਦੇ 4 ਉਪਾਅ ਹਨ। ਤੇ ਬੈਰੀ ਦੁਸ਼ਮਣ ਨੂੰ ਜਿੱਤਣ ਦੇ ਵਾਸਤੇ ਤਾਂ ਭੀਮ ਚੰਦ ਆਪਣੇ ਰਾਜੇ ਰਾਣਿਆਂ ਦੇ ਵਿੱਚ ਕਹਿਣ ਲੱਗਿਆ ਕਿ ਦੇਖੋ,
ਜੋ ਰਾਜਨੀਤੀ ਦੇ ਤਿੰਨ ਉਪਾਅ ਹਨ ਉਹ ਤੇ ਆਪਾਂ ਕੀਤੇ ਹੀ ਨਹੀਂ। ਬੜੋ ਬਹਾਦਰ ਕੇਸਰ ਚੰਦ, ਔਰ ਐਵੇਂ ਹੀ ਆਪਾਂ ਆਪਣੀਆਂ ਫੌਜਾਂ ਨੂੰ ਲੜਾ ਕੇ ਵੱਡਾ ਬਹਾਦਰ ਕੇਸਰੀ ਚੰਦ ਉਹ ਜੰਗ ਦੇ ਵਿੱਚ ਮਰਵਾ ਲਿਆ ਹੈ। ਪਾਉ ਜਮਤੁੱਲਾ ਸੋ ਬਿਲੰਦ, ਫਿਰ ਇਸੇ ਤਰ੍ਹਾਂ ਹੀ ਇੱਕ ਆਪਣਾ ਵੱਡਾ ਯੋਧਾ ਸੂਰਮਾ ਸੀ ਜਮਤੁੱਲਾ ਭਾਊ ਨਾਮ ਕਰਕੇ, ਉਹ ਵੀ ਇਸ ਜੰਗ ਦੇ ਵਿੱਚ ਮਾਰਿਆ ਗਿਆ। ਦੋਨੋਂ ਜੋਧਾ ਮਰੇ ਜੁਝਾਰੇ, ਬੜੇ ਵੱਡੇ ਆਪਣੇ ਦੋਨੋਂ ਯੋਧਾ ਇਸ ਜੰਗ ਦੇ ਵਿੱਚ ਮਾਰੇ ਗਏ ਹਨ। ਮੀਏ ਅਰ ਰਾਣੇ ਗਨ ਮਾਰੇ, ਫਿਰ ਬਹੁਤ ਸਾਰੇ ਮੀਏ ਬਹੁਤ ਸਾਰੇ ਰਾਣੇ ਅਰੇ ਆਪਣੀਆਂ ਹੋਰ ਬੜੀਆਂ ਫੌਜਾਂ ਮਾਰੀਆਂ ਗਈਆਂ। ਕਹਿ ਲੋ ਗਨੀਏ ਸਭ ਤੁਮ ਜਾਨੋ, ਤਾਂ ਅਖੀਰ ਕਹਿਣ ਲੱਗਿਆ ਕਿ ਕਿੱਥੋਂ ਤੱਕ ਮੈਂ ਤੁਹਾਨੂੰ ਦੱਸਾਂ, ਤੁਹਾਨੂੰ ਸਭ ਨੂੰ ਹੀ ਪਤਾ ਹੈ ਕਿ ਇਸ ਜੰਗ ਦੇ ਵਿੱਚ ਆਪਾਂ ਨੂੰ ਬੜਾ ਵੱਡਾ ਭਾਰੀ ਨੁਕਸਾਨ ਉਠਾਉਣਾ ਪਿਆ। ਸਰਿਓ ਨਾ ਕਾਰਜ ਮਰੇ ਮਹਾਨੋ, ਪਰ ਇੰਨਾ ਕੁਝ ਹੋਣ ਤੋਂ ਬਾਵਜੂਦ ਵੀ ਆਪਣਾ ਕੋਈ ਵੀ ਕੰਮ ਸਰਿਆ ਨਹੀਂ ਹੈ। ਸ਼ਾਮ ਦਾਮ ਅਰ ਭੇਦ ਨਾ ਪਇਓ, ਰਾਜਨੀਤੀ ਦੇ ਤਿੰਨੇ ਉਪਾਅ ਸ਼ਾਮ ਦਾਮ ਭੇਦ ਆਪਾਂ ਕੀਤੇ ਹੀ ਨਹੀਂ ਹਨ। ਦੰਡ ਉਪਾਏ ਚਤੁਰਤੋ ਕੀਓ, ਜਿਹੜਾ ਚੌਥਾ ਉਪਾਅ ਸੀ ਦੰਡ ਜਾਣੇ ਯੁੱਧ ਕਰਨਾ, ਉਹ ਆਪਾਂ ਪਹਿਲੇ ਹੀ ਕਰ ਲਿਆ ਹੈ। ਇਹ ਤਰ੍ਹਾਂ ਤੇ ਪਾਛੇ ਬਨ ਆਵਤ, ਦੰਡ ਨੀਤੀ ਤੇ ਯੁੱਧ ਕਰਨਾ ਤੇ ਤਿੰਨੇ ਉਪਾਵਾਂ ਤੋਂ ਬਾਅਦ ਚ ਬਣਦਾ ਸੀ। ਪਹਿਲੇ ਸ਼ਾਮ ਦਾਮ ਅਤੇ ਭੇਦ ਇਹ ਤਿੰਨੇ ਵਰਤਨੇ ਆਪਾਂ ਨੂੰ ਯੋਗ ਸੀ, ਪਰ ਆਪਾਂ ਉਲਟੀ ਗੱਲ ਕੀਤੀ ਕਿ ਪਹਿਲੇ ਦੰਡ ਨੀਤੀ ਨੂੰ ਅਪਣਾਉਣਾ ਕੀਤਾ। ਗੁਰੂ ਜੀਆਂ ਦੇ ਨਾਲ ਪਹਿਲਾਂ ਹੀ ਹਜ਼ਾਰਾਂ ਦੀ ਫੌਜੀ ਗਿਣਤੀ 'ਚ ਫੌਜਾਂ ਇਕੱਠੀਆਂ ਕਰਕੇ ਜੰਗ ਵੰਡ ਲਿਆ ਹੈ। ਸੋ ਹਮ ਪ੍ਰਥਮ ਕੀਨ ਮਨ ਪਾਵਤ, ਔਰ ਚੌਥਾ ਉਪਾਅ ਆਪਾਂ ਪਹਿਲੇ ਹੀ ਕਰ ਲਿਆ ਹੈ। ਕੁਛ ਥੋਰੋ ਨੇ ਪਇਓ ਵਿਚਾਰੋ, ਪਰ ਤੁਸੀਂ ਵਿਚਾਰ ਕੇ ਦੇਖੋ ਇਸ ਜੰਗ ਦੇ ਵਿੱਚ ਕੁਛ ਆਪਣਾ ਥੋੜਾ ਨੁਕਸਾਨ ਨਹੀਂ ਹੋਇਆ। ਪਸਰਿਓ ਸ਼ੋਕ ਦੇਸ ਗਿਨ ਸਾਰੋ, ਆਪਣੇ ਤੇ ਪਹਾੜੀ ਇਲਾਕੇ ਦੇ ਵਿੱਚ ਘਰ ਘਰ ਦੇ ਵਿੱਚ ਸ਼ੋਕ ਫੈਲ ਗਿਆ ਹੈ, ਕਿਉਂਕਿ ਇਸ ਜੰਗ ਦੇ ਵਿੱਚ ਕਿਸੇ ਦਾ ਭਰਾ ਮਾਰਿਆ ਗਿਆ ਸੀ, ਕਿਸੇ ਦਾ ਪੁੱਤ ਮਾਰਿਆ ਗਿਆ, ਕਿਸੇ ਦਾ ਪਿਓ ਮਾਰਿਆ ਗਿਆ, ਤੇ ਬੜੀਆਂ ਪਹਾੜੀਆਂ ਦੀਆਂ ਫੌਜਾਂ ਮਾਰੀਆਂ ਗਈਆਂ ਸੀ। ਤਾਂ ਕਹਿਣ ਲੱਗਿਆ ਆਪਣੇ ਤੇ ਪਹਾੜੀ ਇਲਾਕੇ ਦੇ ਵਿੱਚ ਘਰ ਘਰ ਦੇ ਵਿੱਚ ਸ਼ੋਕ ਪੈ ਗਿਆ ਹੈ। ਪ੍ਰਥਮ ਕਰਨ ਜੋ ਚਈਤ ਤੀਨ, ਰਾਜਨੀਤੀ ਦੇ ਉਪਾਅ ਜੋ ਤਿੰਨ ਪਹਿਲਾਂ ਕਰਨੇ ਬਣਦੇ ਸਨ, ਸੋ ਅਬ ਕਰੋ ਵਿਚਾਰ ਪਰਬੀਨ, ਕਹਿਣ ਲੱਗੇ ਕਿ ਆਪਾਂ ਪਹਿਲੇ ਤੇ ਕੀਤੇ ਨਹੀਂ ਹਨ, ਪਰ ਹੁਣ ਆਪਾਂ ਇਹਨਾਂ ਤੇ ਵਿਚਾਰ ਕਰਕੇ ਇਹਨਾਂ ਤਿੰਨਾਂ ਉਪਾਵਾਂ ਨੂੰ ਕਰਨਾ ਕਰੀਏ। ਦੰਡ ਉਪਾਏ ਤਿਆਗ ਕਰ ਅਬੈ, ਜੋ ਦੰਡ ਦਾ ਉਪਾਅ ਆਪਾਂ ਇਹ ਪਹਿਲੇ ਹੀ ਮੰਡ ਲਿਆ ਸੀ, ਸ਼ੁਰੂ ਕਰ ਲਿਆ ਸੀ, ਇਸ ਨੂੰ ਛੱਡ ਕੇ ਇਸ ਨੂੰ ਤਿਆਗ ਕੇ ਆਪਾਂ ਕੋਈ ਹੁਣ ਸ਼ਾਮ ਦਾਮ ਅਤੇ ਭੇਦ ਦੀ ਨੀਤੀ ਨੂੰ ਅਪਣਾਉਣਾ ਕਰੀਏ। ਸ਼ਾਮ ਆਦ ਕੋ ਕਰੀਏ ਸਭ, ਸ਼ਾਮ ਦਾ ਉਪਾਅ ਪਹਿਲੇ ਆਪਾਂ ਮਿਲ ਜੁਲ ਕੇ ਕਰਨਾ ਕਰੀਏ। ਇਤ ਜੁਦ ਕਰ ਕ੍ਰੋਧ ਵਿਰੋਧੇ, ਪਰ ਨਾਲ ਹੀ ਨਾਲ ਇਹ ਵੀ ਕਹਿਣ ਲੱਗਿਆ ਕਿ ਦੇਖੋ ਆਪਾਂ ਗਲਤੀ ਇਹ ਕੀਤੀ ਕਿ ਪਹਿਲੇ ਹੀ ਦੰਡ ਦਾ ਉਪਾਅ ਇਹ ਵਰਤ ਲਿਆ ਹੈ। ਗੁਰੂ ਜੀ ਦੇ ਨਾਲ ਪਹਿਲਾਂ ਹੀ ਆਪਾਂ ਜੰਗ ਛੇੜ ਲਿਆ ਹੈ, ਪਹਿਲਾਂ ਹੀ ਵੈਰ ਵਿਰੋਧ ਬਹੁਤ ਸਾਰਾ ਵਧਾ ਲਿਆ ਹੈ। ਨਹੀਂ ਤੇ ਪਹਿਲੀ ਨੀਤੀ ਸ਼ਾਮ ਗੁਰੂ ਜੀਆਂ ਦੀ ਸ਼ਾਮ ਦੇ ਵਿੱਚ ਪੈ ਕੇ, ਸ਼ਰਨ ਦੇ ਵਿੱਚ ਪੈ ਕੇ ਕੋਈ ਨਾ ਕੋਈ ਇਹੋ ਜਿਹਾ ਯਤਨ ਕਰਦੇ ਕਿ ਗੁਰੂ ਜੀਆਂ ਤੇ ਜਿੱਤ ਸੌਖੀ ਹੀ ਪ੍ਰਾਪਤ ਕਰ ਲੈਂਦੇ। ਚੌਂ ਦਿਸ ਤੇ ਆਨੰਦਪੁਰ ਹೃਦੇ, ਚਾਰੇ ਪਾਸਿਆਂ ਤੋਂ ਆਪਾਂ ਆਨੰਦਪੁਰ ਦੇ ਸਾਰੇ ਰਸਤੇ ਰੋਕ ਰੱਖੇ ਸਨ। ਗੁਰੂ ਗੋਬਿੰਦ ਸਿੰਘ ਕੋ ਨੈ ਚਿੰਤਾ, ਭਾਵੇਂ ਆਪਣੇ ਵਾਸਤੇ ਤੇ ਬੜਾ ਇਹ ਭਾਰੀ ਜੰਗ ਬੜਾ ਮਹਿੰਗਾ ਪੈ ਗਿਆ, ਪਰ ਉਧਰ ਦੂਸਰੇ ਪਾਸੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੂੰ ਤੇ ਇਸ ਏਡੇ ਵੱਡੇ ਜੰਗ ਦੀ ਕੋਈ ਚਿੰਤਾ ਕੋਈ ਫਿਕਰ ਹੀ ਨਹੀਂ। ਆਨ ਮਿਲੇ ਸਿਕ ਬੌਰ ਬੇਅੰਤਾ, ਔਰ ਗੁਰੂ ਜੀਆਂ ਦੇ ਯੋਧੇ ਸੂਰਮੇ ਭਾਵੇਂ ਸ਼ਹੀਦ ਹੋਏ, ਪਰ ਫਿਰ ਵੀ ਹੋਰ ਆਉਣ ਵਾਲੇ ਬਹੁਤ ਸਾਰੇ ਗੁਰੂ ਕੇ ਸਿੱਖ ਸੇਵਕ ਉਹ ਵੱਡੇ ਵੱਡੇ ਬਲਵਾਨ ਯੋਧੇ ਬਣ ਕੇ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰ ਹੁੰਦੇ ਰਹਿੰਦੇ ਹਨ। ਨੈਣ ਚਮੂ ਕੀ ਚਾ ਵਿਸਾਲਾ, ਤਾਂ ਗੁਰੂ ਜੀਆਂ ਨੂੰ ਵੱਡੀ
ਸੈਨਾ ਫੌਜ ਇਕੱਠੀ ਕਰਨ ਦੀ ਵੀ ਕੋਈ ਇੱਛਾ ਨਹੀਂ ਹੈ। ਇੱਧਰ ਜੰਗ ਦੇ ਵਿੱਚ ਯੋਧੇ ਸੂਰਮੇ ਸ਼ਹੀਦ ਹੁੰਦੇ, ਉਧਰ ਨਵੇਂ ਤੋਂ ਨਵੇਂ ਯੋਧੇ ਸੂਰਮੇ ਗੁਰੂ ਕੇ ਦਰਬਾਰ ਦੇ ਵਿੱਚ ਆਪਣੇ ਆਪ ਚਲੇ ਆਉਂਦੇ ਹਨ। ਬਿਨਾ ਹਕਾਰੇ ਆਵਤ ਜਾਲਾ। ਤਾਂ ਭੀਮ ਚੰਦ ਕਹਿਣ ਲੱਗਿਆ ਆਪਾਂ ਨੂੰ ਇੰਨੀਆਂ ਫੌਜਾਂ ਰੱਖਣੀਆਂ ਪੈਂਦੀਆਂ ਹਨ ਤੇ ਗੁਰੂ ਜੀ ਦੇ ਪਾਸ ਤੇ ਬਿਨਾਂ ਬੁਲਾਏ ਤੋਂ ਹੀ ਦਿਨ ਪ੍ਰਤੀ ਦਿਨ ਹਰ ਰੋਜ਼ ਵੱਡੇ ਵੱਡੇ ਯੋਧੇ ਸੂਰਮੇ ਆ ਕੇ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰ ਹੁੰਦੇ ਹਨ। ਬਹੁਰ ਦਰਬ ਕੀ ਕਮੀ ਨਾ ਕਬਹੂ। ਫਿਰ ਦੂਸਰੀ ਗੱਲ ਕਹਿਣ ਲੱਗਿਆ ਕਿ ਗੁਰੂ ਜੀਆਂ ਦੇ ਪਾਸ ਧਨ ਦੌਲਤ ਦੀ ਵੀ ਕੋਈ ਕਮੀ ਨਹੀਂ ਹੈ। ਚੌਂ ਦਿਸਤੇ ਆਨੇ ਸਿੱਖ ਸਭ ਹੂੰ। ਚਾਰੇ ਦਿਸ਼ਾਵਾਂ ਦੇ ਵਿੱਚੋਂ ਦੂਰ ਦੂਰ ਤੋਂ ਬੜੇ ਵੱਡੇ ਵੱਡੇ ਗੁਰਸਿੱਖ ਬਹੁਤ ਧਨ ਦੌਲਤਾਂ ਲੈ ਲੈ ਕੇ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰ ਹੁੰਦੇ ਹਨ। ਗੁਰੂ ਕੇ ਦਰਬਾਰ ਦੇ ਵਿੱਚ ਧਨ ਦੌਲਤ ਦੀ ਵੀ ਕੋਈ ਕਮੀ ਨਹੀਂ। ਰਹੀ ਲੜਾਈ ਲਖੋ ਕਨੇਰੀ। ਤਾਂ ਭੀਮ ਚੰਦ ਕਹਿਣ ਲੱਗਿਆ ਕਿ ਦੇਖੋ ਹੁਣ ਤੇ ਕਾਫੀ ਲੰਮਾ ਸਮਾਂ ਹੋ ਗਿਆ ਹੈ ਆਪਾਂ ਨੂੰ ਯੁੱਧ ਕਰਦਿਆਂ ਨੂੰ। ਨੈ ਕਾਇਲ ਹੋਏ ਸ ਕਿਸ ਬੇਰੀ। ਇੰਨਾ ਭਾਰੀ ਇੰਨਾ ਘਮਸਾਨ ਦਾ ਯੁੱਧ ਕੀਤਾ, ਪਰ ਗੁਰੂ ਜੀ ਤੇ ਆਪਣੇ ਇਸ ਜੰਗ ਦੇ ਵਿੱਚੋਂ ਕਦੇ ਵੀ ਤੰਗ ਨਹੀਂ ਹੋਏ, ਕਦੇ ਵੀ ਦੁਖੀ ਨਹੀਂ ਹੋਏ। ਉਹ ਤੇ ਇੱਕ ਰਸ ਆਨੰਦ ਦੇ ਵਿੱਚ ਉਸੇ ਤਰ੍ਹਾਂ ਬੈਠੇ ਹਨ ਜਿਸ ਤਰ੍ਹਾਂ ਇਹ ਯੁੱਧ ਆਰੰਭ ਹੋਣ ਤੋਂ ਪਹਿਲਾਂ ਬੈਠੇ ਸਨ। ਪਹਿਲੇ ਵੀ ਉਹਨਾਂ ਨੂੰ ਕੋਈ ਚਿੰਤਾ ਨਹੀਂ ਸੀ, ਕੋਈ ਫਿਕਰ ਨਹੀਂ ਸੀ, ਅਤੇ ਹੁਣ ਵੀ ਉਹਨਾਂ ਦੇ ਮਨ ਦੇ ਵਿੱਚ ਕੋਈ ਦੁੱਖ ਨਹੀਂ ਹੈ, ਕੋਈ ਗਮ ਨਹੀਂ ਹੈ। ਬੜਾ ਘਮਸਾਨ ਦਾ ਯੁੱਧ ਆਪਾਂ ਲੱਖਾਂ ਦੀ ਗਿਣਤੀ ਦੇ ਵਿੱਚ ਫੌਜਾਂ ਲਿਆ ਕੇ ਕੀਤਾ, ਪਰ ਗੁਰੂ ਜੀਆਂ ਦੇ ਉੱਪਰ ਤੇ ਕੋਈ ਅਸਰ ਨਹੀਂ ਹੋਇਆ। ਗੁਰੂ ਜੀ ਤੇ ਉਸੇ ਤਰ੍ਹਾਂ ਆਨੰਦ ਦੇ ਵਿੱਚ ਬੈਠੇ ਹਨ। ਨਿਤ ਉਤਸ਼ਾਹ ਅਦਗ ਬਿਰਦਾਵਾ। ਤਾਂ ਇਹਨਾਂ ਦੇ ਯੋਧੇ ਸੂਰਮਿਆਂ ਦੇ ਵਿੱਚ ਵੀ ਦਿਨ ਪ੍ਰਤੀ ਦਿਨ ਜੰਗ ਦਾ ਉਤਸ਼ਾਹ ਆਪਣੇ ਆਪ ਵੱਧਦਾ ਰਹਿੰਦਾ ਹੈ। ਕਿਮ ਆਨੰਦਪੁਰ ਚਾਹੋ ਛੁਟਾਵਾ। ਤਾਂ ਫੇਰ ਕਹਿਣ ਲੱਗਿਆ ਜਦ ਐਸੀਆਂ ਗੱਲਾਂ ਹਨ ਤਾਂ ਆਪਾਂ ਗੁਰੂ ਜੀਆਂ ਤੋਂ ਆਨੰਦਪੁਰ ਕਿਵੇਂ ਛੁਡਾ ਸਕਦੇ ਹਾਂ। ਯੋਧੇ ਸੂਰਮਿਆਂ ਦੀ ਇਹਨਾਂ ਦੇ ਪਾਸ ਕਮੀ ਨਹੀਂ ਹੈ। ਭਾਵੇਂ ਗਿਣਤੀ ਦੇ ਵਿੱਚ ਥੋੜ੍ਹੇ ਯੋਧੇ ਸੂਰਮੇ ਰਹਿੰਦੇ ਹਨ, ਪਰ ਦਿਨ ਪ੍ਰਤੀ ਦਿਨ ਹੋਰ ਯੋਧੇ ਸੂਰਮੇ ਗੁਰੂ ਕੇ ਦਰਬਾਰ ਹਾਜ਼ਰ ਹੁੰਦੇ ਰਹਿੰਦੇ ਹਨ। ਅਰ ਚਾਰੇ ਦਿਸ਼ਾਵਾਂ ਦੇ ਵਿੱਚੋਂ ਆਉਣ ਵਾਲੀਆਂ ਸਿੱਖ ਸੰਗਤਾਂ ਬੇਅੰਤ ਗਿਣਤੀ ਦੇ ਵਿੱਚ ਧਨ ਦੌਲਤ ਇਕੱਠਾ ਕਰਕੇ ਗੁਰੂ ਕੇ ਚਰਨਾਂ ਵਿੱਚ ਹਾਜ਼ਰ ਕਰਦੇ ਹਨ। ਫਿਰ ਗੁਰੂ ਜੀਆਂ ਦੇ ਮਨ ਦੇ ਵਿੱਚ ਯੁੱਧ ਆਦਿ ਦੇਖ ਕੇ ਕੋਈ ਡਰ ਭੈ ਵੀ ਪ੍ਰਾਪਤ ਨਹੀਂ ਹੁੰਦਾ ਹੈ, ਕੋਈ ਮਹਿਸੂਸ ਨਹੀਂ ਹੁੰਦਾ ਹੈ। ਤਾਂ ਫਿਰ ਆਪਾਂ ਕਿਵੇਂ ਆਨੰਦਪੁਰੀ ਗੁਰੂ ਜੀਆਂ ਤੋਂ ਛੁਡਾ ਸਕਦੇ ਹਾਂ। ਪਾਤਸ਼ਾਹ ਕੀ ਲੱਖੋਂ ਅਨੀ। ਤਾਂ ਆਪਣੇ ਪਹਾੜੀ ਰਾਜਿਆਂ ਦੇ ਵਿੱਚ ਜੋ ਇਹਨਾਂ ਨੇ ਰਾਤ ਦੇ ਸਮੇਂ ਆਪਣੀ ਕਚਹਿਰੀ ਲਾਈ ਸੀ, ਇਕੱਠੇ ਹੋਏ ਸਨ, ਤਾਂ ਉਹਨਾਂ ਦੇ ਵਿੱਚ ਕਹਿਣ ਲੱਗਿਆ ਕਿ ਦੇਖੋ ਜੇਕਰ ਗੁਰੂ ਜੀਆਂ ਨੂੰ ਹਰਾਉਣਾ ਹੈ ਤੇ ਬਾਦਸ਼ਾਹੀ ਫੌਜ ਨੂੰ ਬੁਲਾਉਣਾ ਪਵੇਗਾ। ਜਦ ਬੜੀ ਭਾਰੀ ਗਿਣਤੀ ਦੇ ਵਿੱਚ ਬਾਦਸ਼ਾਹੀ ਫੌਜ ਆ ਜਾਵੇਗੀ, ਜਿਤ ਕਿਤ ਤੇ ਮਿਲ ਆਵੇ ਕਨੀ। ਲੱਖਾਂ ਦੀ ਗਿਣਤੀ ਦੇ ਵਿੱਚ ਬਾਦਸ਼ਾਹ ਦੀ ਫੌਜ ਜਦ ਇਧਰੋਂ ਉਧਰੋਂ ਇਕੱਠੀ ਹੋ ਕੇ ਪਹੁੰਚ ਜਾਵੇਗੀ। ਭੀਮ ਵਿਸਾਲਾ ਤੋਪ ਸੰਭੂਹਾ। ਔਰ ਜਿਨ੍ਹਾਂ ਬਾਦਸ਼ਾਹੀ ਫੌਜਾਂ ਦੇ ਵਿੱਚ ਬੜੇ ਵੱਡੇ ਵੱਡੇ ਭਿਆਨਕ ਹਥਿਆਰ ਵੀ ਹੋਣਗੇ, ਵੱਡੀਆਂ ਵੱਡੀਆਂ ਤੋਪਾਂ ਅਤੇ ਹੋਰ ਬਹੁਤ ਸਾਰੇ ਵੱਡੇ ਹਥਿਆਰ ਹੋਣਗੇ, ਜਿਨ੍ਹਾਂ ਦੇ ਨਾਲ ਗੁਰੂ ਜੀਆਂ ਤੇ ਜਿੱਤ ਪ੍ਰਾਪਤ ਕਰਨੀ ਬੜੀ ਸੌਖੀ ਹੋ ਜਾਵੇਗੀ। ਘੇਰ ਚੌਂਦ ਕਾਲੇ ਹੂਆ। ਤਾਂ ਫਿਰ ਬਾਦਸ਼ਾਹੀ ਫੌਜਾਂ ਨੂੰ ਬੁਲਾ ਕੇ ਹੋਰ ਲੱਖਾਂ ਦੀ ਗਿਣਤੀ ਦੇ ਵਿੱਚ ਫੌਜਾਂ ਇਕੱਠੀਆਂ ਕਰਕੇ ਤਾਂ ਆਨੰਦਪੁਰੀ ਨੂੰ ਚਾਰੇ ਪਾਸਿਓਂ ਘੇਰਾ ਪਾਇਆ ਜਾਵੇਗਾ। ਚਾਰੇ ਪਾਸਿਓਂ ਘੇਰਾ ਪਾ ਕੇ ਚਾਰੇ ਪਾਸਿਓਂ ਫੌਜਾਂ ਦੇ ਨਾਲ ਹਮਲਾ ਕੀਤਾ ਜਾਵੇਗਾ। ਤਿਨ ਕੇ ਸੰਗ ਪੈ ਲੜਤ ਨਾ ਹਾਰੈ। ਤਾਂ ਗੁਰੂ ਜੀਆਂ ਦੇ ਨਾਲ ਜੇਕਰ ਆਪਾਂ ਇਸੇ ਤਰ੍ਹਾਂ ਜੰਗ ਕਰਦੇ ਰਹੇ ਤਾਂ ਇਸ ਤਰ੍ਹਾਂ ਜੰਗ ਕਰਦੇ ਤਾਂ ਕਦੇ ਵੀ ਗੁਰੂ ਜੀਆਂ ਤੇ ਜਿੱਤ ਪ੍ਰਾਪਤ ਨਹੀਂ ਕਰ ਸਕਦੇ। ਤੇ ਗੁਰੂ ਜੀ ਤੇ ਲੱਖਾਂ ਫੌਜਾਂ ਦੇ ਨਾਲ ਜੰਗ ਕਰਦੇ ਕਦੇ ਵੀ ਹਾਰਦੇ ਨਹੀਂ ਹਨ। ਅਨਕ ਸਿੰਘ ਰਣ ਕਰ ਮਰ ਮਾਰੈ। ਤਾਂ ਬਹੁਤ ਸਾਰੇ ਗੁਰੂ ਕੇ ਯੋਧੇ ਸੂਰਮੇ ਜੰਗ ਕਰ ਕਰਕੇ ਭਾਵੇਂ ਸ਼ਹੀਦੀਆਂ ਵੀ ਪ੍ਰਾਪਤ ਕਰ ਗਏ। ਅਨ ਆਦ ਜੇ ਹਵੈ ਨਾ ਪਰਵੇਸ਼ਨ। ਤਾਂ ਜੇਕਰ ਬਾਦਸ਼ਾਹੀ ਫੌਜਾਂ ਹੀ ਆ ਜਾਣ,
ਚਾਰੇ ਪਾਸਿਓਂ ਤਕੜਾ ਘੇਰਾ ਪਾਇਆ ਜਾਵੇ ਤੇ ਕੋਈ ਖਾਣ ਦੇ ਵਾਸਤੇ ਅੰਨ ਆਦ ਇਹ ਵੀ ਆਨੰਦਪੁਰੀ ਜੀ ਦੇ ਵਿੱਚ ਆਪਾਂ ਨਾ ਜਾਣ ਦੇਈਏ। ਦਿੜ ਕੇਰਾ ਕਾਲੇ ਅਵਸ਼ੇਸ਼ਨ, ਦ੍ਰਿੜ ਕਰਕੇ ਵਿਸ਼ੇਸ਼ ਕਰਕੇ ਇਹੋ ਜਿਹਾ ਘੇਰਾ ਪਾਈਏ ਕਿ ਅੰਦਰ ਕੋਈ ਵੀ ਵਸਤੂ ਨਾ ਜਾਣ ਦੇਈਏ। ਕਈ ਮਾਸ ਮੈਂ ਕਾਇਲ ਹੋਏ, ਕੁਝ ਕੁ ਮਹੀਨਿਆਂ ਦੇ ਵਿੱਚ ਜਦ ਇਸ ਆਨੰਦਪੁਰੀ ਦੇ ਵਿੱਚੋਂ ਖਾਣ ਪਾਣ ਦੀਆਂ ਸਾਰੀਆਂ ਚੀਜ਼ਾਂ ਖਤਮ ਹੋ ਜਾਣਗੀਆਂ, ਖਾਣ ਪੀਣ ਦੇ ਵਾਸਤੇ ਵੀ ਕੁਝ ਨਹੀਂ ਮਿਲੇਗਾ, ਤਾਂ ਉਸੇ ਟਾਈਮ ਗੁਰੂ ਕੀਆਂ ਫੌਜਾਂ ਨੇ ਔਰ ਗੁਰੂ ਜੀਆਂ ਨੇ ਇਸ ਜੰਗ ਦੇ ਵਿੱਚੋਂ ਹਾਰ ਮੰਨ ਲੈਣੀ ਹੈ। ਤੋ ਆਨੰਦਪੁਰ ਤਿਆਗੇ ਸੋਏ, ਤਾਂ ਜਦ ਇਸ ਤਰ੍ਹਾਂ ਦਾ ਘੇਰਾ ਪਾਇਆ ਗਿਆ ਕਿ ਅੰਦਰ ਅੰਨ ਦਾ ਦਾਣਾ ਵੀ ਨਾ ਪਹੁੰਚਣ ਦਿੱਤਾ ਗਿਆ, ਕੁਝ ਕੁ ਮਹੀਨਿਆਂ ਦੇ ਵਿੱਚ ਗੁਰੂ ਜੀਆਂ ਨੇ ਕਾਇਲ ਹੋ ਜਾਣਾ, ਤੰਗ ਹੋ ਜਾਣਾ ਹੈ। ਔਰ ਤੰਗ ਹੋਣ ਤੋਂ ਬਾਅਦ ਫਿਰ ਆਪਣੇ ਆਪ ਇਸ ਆਨੰਦਪੁਰੀ ਨੂੰ ਛੱਡਣ ਦਾ ਫੈਸਲਾ ਕਰਨਾ ਹੈ। ਬਿਨਾ ਸ਼ਾਉ ਕੀ ਸੈਨ ਕਨੇਰੀ, ਤਾਂ ਉਹਨਾਂ ਰਾਜੇ ਰਾਣਿਆਂ ਨੂੰ ਕਹਿਣ ਲੱਗਿਆ ਭੀਮ ਚੰਦ ਕਿ ਦੇਖੋ, ਬਿਨਾਂ ਬਾਦਸ਼ਾਹੀ ਫੌਜਾਂ ਤੋਂ ਆਪਾਂ ਕਿਵੇਂ ਵੀ ਜਿੱਤ ਪ੍ਰਾਪਤ ਨਹੀਂ ਕਰ ਸਕਦੇ। ਨੈ ਸਰ ਹੋਏ ਭਲੇ ਮੈਂ ਹੇਰੀ, ਤਾਂ ਅੱਛੀ ਤਰ੍ਹਾਂ ਕਹਿਣ ਲੱਗਿਆ, ਮੈਂ ਵਿਚਾਰ ਕਰਕੇ ਦੇਖ ਲਿਆ ਕਿ ਗੁਰੂ ਜੀਆਂ ਤੇ ਜਿੱਤ ਕਦੇ ਵੀ ਆਪਾਂ ਪ੍ਰਾਪਤ ਨਹੀਂ ਕਰ ਸਕਦੇ ਜਿੰਨਾ ਚਿਰ ਬਾਦਸ਼ਾਹੀ ਫੌਜਾਂ ਨਹੀਂ ਆ ਜਾਂਦੀਆਂ। ਅਬ ਤੋ ਹਟਨ ਜੰਗ ਤੇ ਜੋਗ, ਤਾਂ ਸਭ ਵਿਚਾਰਾਂ ਦੱਸ ਕੇ ਕਹਿਣ ਲੱਗਿਆ ਕਿ ਇਸ ਜੰਗ ਤੋਂ ਹੁਣ ਤੇ ਆਪਾਂ ਨੂੰ ਹਟ ਜਾਣਾ ਹੀ ਯੋਗ ਹੈ, ਠੀਕ ਹੈ। ਮਰੇ ਬਿੰਦਰੀ ਕਾਇਲ ਲੋਗ, ਕਿਉਂਕਿ ਆਪਣੇ ਬੜੇ ਵੱਡੇ ਵੱਡੇ ਯੋਧੇ ਸੂਰਮੇ ਇਸ ਜੰਗ ਦੇ ਵਿੱਚ ਮਾਰੇ ਗਏ ਹਨ। ਬਹੁਤ ਸਾਰੇ ਯੋਧੇ ਸੂਰਮੇ ਘਾਇਲ ਹੋਏ ਹਨ, ਜ਼ਖਮੀ ਪਏ ਹਨ। ਔਰ ਇਸ ਤਰ੍ਹਾਂ ਜੰਗ ਕਰਨਾ ਆਪਣੇ ਵਾਸਤੇ ਠੀਕ ਨਹੀਂ ਰਹੇਗਾ। ਭਾਵੇਂ ਪਹਿਲੇ ਵੀ ਕਈ ਵਾਰ ਇਹਨਾਂ ਨੇ ਗੁਰੂ ਜੀ ਦੇ ਨਾਲ ਜੰਗ ਯੁੱਧ ਕੀਤਾ, ਤਾਂ ਜੰਗ ਕਰਕੇ ਕੀ ਹੁੰਦਾ, ਆਪਣੀਆਂ ਬਹੁਤ ਸਾਰੀਆਂ ਫੌਜਾਂ ਮਰਵਾ ਕੇ, ਬੜੇ ਵੱਡੇ ਵੱਡੇ ਯੋਧੇ ਸੂਰਮੇ ਮਰਵਾ ਕੇ, ਤਾਂ ਬਾਅਦ ਦੇ ਵਿੱਚ ਇਹ ਫਿਰ ਪਿੱਛੇ ਮੁੜ ਜਾਂਦੇ। ਹੁਣ ਇਸ ਵਾਰ ਵੀ ਬੜਾ ਵੱਡਾ ਜੰਗ ਮੰਡਿਆ ਸੀ ਇਹਨਾਂ ਨੇ ਇਕੱਠੇ ਹੋ ਕੇ, ਬਹੁਤ ਗਿਣਤੀ ਦੇ ਵਿੱਚ ਫੌਜ ਨੂੰ ਮਰਵਾ ਕੇ ਹੁਣ ਸੋਚਦੇ ਹਨ ਕਿ ਆਪਣੇ ਵਾਸਤੇ ਤੇ ਇਹੀ ਗੱਲ ਚੰਗੀ ਹੈ ਕਿ ਆਪਾਂ ਇਸ ਯੁੱਧ ਨੂੰ ਇੱਥੇ ਹੀ ਰੋਕ ਕੇ ਵਾਪਸ ਮੁੜ ਜਾਈਏ। ਸ਼ਰਮਤ ਸੰਪੂਰਨ ਸੈਨ ਵਿਸਾਲਾ, ਤਾਂ ਫਿਰ ਜਦ ਸਾਰੀ ਫੌਜ ਨੂੰ ਇਕੱਠਾ ਕਰਕੇ ਵਾਪਸ ਲਿਆਂਦਾ ਜਾਵੇਗਾ, ਲੜਤਿਓ ਬੀਤ ਗਏ ਚਿਰਕਾਲਾ, ਭਾਵੇਂ ਜੰਗ ਕਰਦਿਆਂ ਆਪਾਂ ਨੂੰ ਲੰਮਾ ਸਮਾਂ ਬਤੀਤ ਹੋ ਗਿਆ। ਹੰਡੂਰੀ ਅਰ ਚੰਦ ਕਮੰਡ, ਹੰਡੂਰੀਆ ਰਾਜਾ ਅਤੇ ਘਮੰਡ ਚੰਦ ਇਹ ਵੀ ਭੀਮ ਚੰਦ ਦੇ ਪਾਸ ਸਨ। ਕਾਇਲ ਪਰੇ ਵੀਰ ਬਰਬੰਡ, ਭੀਮ ਚੰਦ ਆਪਣੇ ਦੂਸਰੇ ਰਾਜਿਆਂ ਨੂੰ ਕਹਿਣ ਲੱਗਿਆ ਕਿ ਆਪਣੇ ਵੱਡੇ ਯੋਧੇ ਇਹ ਘਮੰਡ ਚੰਦ ਅਤੇ ਹੰਡੂਰੀ ਰਾਜਾ ਇਹ ਵੀ ਜ਼ਖਮੀ ਹੋ ਗਏ ਹਨ। ਕੌਣ ਅਗਰੜੀ ਹੋਏ ਅਬਲਰ, ਹੁਣ ਆਪਣੇ ਵਿੱਚੋਂ ਕਿਹੜਾ ਇਹੋ ਜਿਹਾ ਯੋਧਾ ਹੈ ਜੋ ਗੁਰੂ ਜੀਆਂ ਦੇ ਅੱਗੇ ਹੋ ਕੇ ਜੰਗ ਕਰ ਸਕਦਾ ਹੈ। ਤਉ ਲਖੋ ਕਾਰਜ ਨੈ ਸਰ, ਤਾਂ ਇਸ ਤਰ੍ਹਾਂ ਕਹਿਣ ਲੱਗਿਆ ਕਿ ਫਿਰ ਵੀ ਦੇਖੋ ਆਪਣਾ ਕਾਰਜ ਅਜੇ ਤੱਕ ਸਵਰਿਆ ਨਹੀਂ ਹੈ। ਗਵਾਲੇਰੀਰ ਅਰ ਮੰਡ ਸਮਤੀ, ਗਵਾਲੀਅਰ ਦਾ ਰਾਜਾ ਅਤੇ ਮੰਡਸਪਤੀ ਮੰਡੀ ਦਾ ਰਾਜਾ ਇਹ ਉਸ ਟਾਈਮ ਭੀਮ ਚੰਦ ਦੀਆਂ ਸਾਰੀਆਂ ਗੱਲਾਂ ਸੁਣ ਕੇ ਕਹਿਣ ਲੱਗੇ। ਕਰ ਵਿਚਾਰ ਬੋਲੇ ਬਡਮਤੀ, ਇਹ ਸਾਰੀਆਂ ਗੱਲਾਂ ਮਨ ਦੇ ਵਿੱਚ ਵਿਚਾਰ ਕੇ ਭੀਮ ਚੰਦ ਦੀਆਂ ਗੱਲਾਂ ਸੁਣ ਕੇ ਕਹਿਣ ਲੱਗਦੇ ਹਨ। ਨਾਕ ਜੋਦਾ ਲਰ ਮਰਵਾਏ, ਉਹ ਕਹਿਣ ਲੱਗੇ ਕਿ ਹਾਂ, ਆਪਾਂ ਤੇ ਵਿਅਰਥ ਹੀ ਗੁਰੂ ਜੀਆਂ ਦੇ ਨਾਲ ਜੰਗ ਕਰਕੇ ਆਪਣੇ ਯੋਧੇ ਸੂਰਮੇ ਇਸ ਜੰਗ ਦੇ ਵਿੱਚ ਮਰਵਾ ਲਏ ਹਨ। ਮੰਡੀ ਦਾ ਰਾਜਾ ਭਾਵੇਂ ਪਹਿਲੇ ਵੀ ਕਈ ਵਾਰ ਭੀਮ ਚੰਦ ਨੂੰ ਇਹ ਗੱਲ ਕਹਿ ਚੁੱਕਿਆ ਸੀ ਕਿ ਦੇਖੋ ਭੀਮ ਚੰਦ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੀ ਗੁਰਤਾ ਗੱਦੀ ਤੇ ਹਨ। ਜੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਅੱਗੇ ਕੋਈ ਵੀ ਵੱਡੇ ਤੋਂ ਵੱਡਾ ਸ਼ਕਤੀਵਾਨ, ਵੱਡੇ ਤੋਂ ਵੱਡਾ ਕੋਈ ਕਲਾਵਾਨ ਜਾਂ ਕੋਈ ਰਾਜਾ ਰਾਣਾ ਅੱਗੇ ਟਿਕ ਨਹੀਂ ਸਕਿਆ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੇ ਸਭ ਨੂੰ ਸਰ ਕੀਤਾ ਹੈ।
ਉਸੇ ਗੱਦੀ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਨ। ਔਰ ਇਸ ਗੱਦੀ ਨੂੰ ਚਾਰੇ ਦਿਸ਼ਾਵਾਂ ਦੇ ਵਿੱਚੋਂ ਔਰ ਸਾਰੇ ਧਰਮਾਂ ਦੇ ਲੋਕ ਨਿਮਦੇ ਹਨ, ਨਮਸਕਾਰਾਂ ਕਰਦੇ ਹਨ। ਤੇ ਤੁਸੀਂ ਗੁਰੂ ਜੀਆਂ ਦੇ ਨਾਲ ਮੱਥਾ ਨਾ ਲਾਵੋ। ਔਰ ਜੇਕਰ ਤੁਸੀਂ ਹੁਣ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੈਨਾ ਲੈ ਕੇ ਆਉਂਦੀ ਹੈ, ਜੇਕਰ ਲੱਖਾਂ ਦੀ ਗਿਣਤੀ ਦੇ ਵਿੱਚ, ਕਰੋੜਾਂ ਦੀ ਗਿਣਤੀ ਦੇ ਵਿੱਚ ਵੀ ਸੈਨਾ ਹੋਵੇ ਤਾਂ ਗੁਰੂ ਜੀਆਂ ਤੇ ਕਦੇ ਵੀ ਜਿੱਤ ਨਹੀਂ ਪ੍ਰਾਪਤ ਕਰ ਸਕਦੀ। ਕਈ ਵਾਰ ਮੰਡੀ ਦੇ ਰਾਜੇ ਨੇ ਭੀਮ ਚੰਦ ਨੂੰ ਸਮਝਾਇਆ ਤਾਂ ਹੋਰ ਕਦੇ ਕੇਸਰੀ ਚੰਦ ਨੇ ਅੱਗੇ ਹੋ ਕੇ ਇਸ ਦੀ ਗੱਲ ਦਾ ਜਵਾਬ ਦਿੱਤਾ, ਰੋਕ ਦਿੱਤਾ। ਕਦੇ ਕਮੰਡ ਚੰਦ ਆਦਿ ਨੇ, ਇਹਨਾਂ ਨੇ ਰੋਕ ਦਿੱਤਾ ਕਿ ਤੁਸੀਂ ਤੇ ਫਕੀਰਾਂ ਵਾਲੀਆਂ ਗੱਲਾਂ ਕਰਦੇ ਹੋ। ਜਿਸ ਨੇ ਆਪਣਾ ਰਾਜ ਭਾਗ ਛੱਡ ਕੇ ਫਕੀਰ ਕਰਨਾ ਹੋਣਾ ਹੋਵੇ, ਉਹ ਇਹੋ ਜਿਹੀਆਂ ਗੱਲਾਂ ਕਰਦਾ ਹੈ। ਰਾਜੇ ਰਾਣਿਆਂ ਦੇ ਵਾਸਤੇ ਤੇ ਅੱਗੇ ਹੋ ਕੇ ਜੰਗ ਕਰਕੇ ਹੀ ਇਸ ਤਰ੍ਹਾਂ ਆਪਣੀ ਜਿੱਤ ਕੀਤੀ ਜਾ ਸਕਦੀ ਹੈ। ਤਾਂ ਮੰਡੀ ਦੇ ਰਾਜੇ ਦੀਆਂ ਪਹਿਲੇ ਵੀ ਇਹਨਾਂ ਨੇ ਗੱਲਾਂ ਨਹੀਂ ਸੁਣੀਆਂ ਸਨ। ਇਹ ਕਹਿੰਦਾ ਸੀ ਬਾਰ-ਬਾਰ ਕਿ ਤੁਸੀਂ ਗੁਰੂ ਜੀ ਦੇ ਨਾਲ ਐਸਾ ਜੰਗ ਨਾ ਕਰੋ। ਪਰ ਪਹਾੜੀ ਰਾਜਾ ਹੋਣ ਦੇ ਕਾਰਨ ਇਹ ਇਹਨਾਂ ਦੇ ਨਾਲ ਮਿਲ ਕੇ ਚੱਲਦਾ ਸੀ, ਤਾਂ ਆਪਣੀਆਂ ਫੌਜਾਂ ਨਾਲ ਲੈ ਕੇ ਚੁੱਪ ਕਰਕੇ ਬੈਠ ਜਾਂਦਾ। ਤਾਂ ਹੁਣ ਇਹ ਗੱਲਾਂ ਭੀਮ ਚੰਦ ਨੇ ਆਪ ਕਹਿ ਦਿੱਤੀਆਂ ਕਿ ਗੁਰੂ ਜੀ ਦੇ ਨਾਲ ਜੰਗ ਕਰਕੇ ਆਪਾਂ ਜਿੱਤ ਪ੍ਰਾਪਤ ਨਹੀਂ ਕਰ ਸਕਦੇ। ਤਾਂ ਮੰਡੀ ਦੇ ਰਾਜੇ ਨੇ ਫਿਰ ਦੱਸਣਾ ਕੀਤਾ ਕਿ ਮੈਂ ਤੇ ਪਹਿਲੇ ਹੀ ਇਹ ਕੁਝ ਆਪ ਨੂੰ ਦੱਸ ਰਿਹਾ ਸੀ। ਖਰਚਿਓ ਦਰਬ ਨਿਰਪਨ ਸਮੁਦਾਏ। ਹੋਰ ਆਪਣੀਆਂ ਇੰਨੀਆਂ ਹੁਣ ਫੌਜਾਂ ਮਰਵਾ ਲਈਆਂ, ਵੱਡੇ ਵੱਡੇ ਯੋਧੇ ਸੂਰਮੇ ਮਰਵਾ ਲਏ, ਔਰ ਬੜੀ ਗਿਣਤੀ ਦੇ ਵਿੱਚ, ਭਾਰੀ ਗਿਣਤੀ ਦੇ ਵਿੱਚ ਆਪਣੇ ਧਨ ਦਾ, ਪੈਸੇ ਦਾ ਨੁਕਸਾਨ ਕਰਵਾ ਲਿਆ ਹੈ। ਪਇਓ ਬਿਅਰਥ ਕੋ ਕਾਜ ਨਾ ਸਰਿਓ। ਮੰਡੀ ਦਾ ਰਾਜਾ ਕਹਿਣ ਲੱਗਿਆ ਸਾਰੇ ਦਾ ਸਾਰਾ ਤੁਹਾਡਾ ਧਨ ਔਰ ਯੋਧੇ ਸੂਰਮੇ ਮਾਰੇ ਜਾਣੇ ਬਿਅਰਥ ਹੀ ਚਲੇ ਗਏ। ਤੈਸੇ ਚੰਦ ਕੇਸਰੀ ਮਰਿਓ। ਇਸੇ ਤਰ੍ਹਾਂ ਹੀ ਬਿਅਰਥ ਹੀ ਭੰਗ ਦੇ ਭਾਣੇ ਹੀ ਵੱਡਾ ਯੋਧਾ ਆਪਣਾ ਕੇਸਰੀ ਚੰਦ ਨਾਮ ਕਰਕੇ ਮਾਰਿਆ ਗਿਆ। ਹਟਨੋ ਉਚਿਤ ਵਿਚਾਰੀ ਨੀਕੇ। ਪਹਿਲੇ ਤੁਸੀਂ ਵਿਚਾਰ ਨਹੀਂ ਕੀਤੀ, ਪਰ ਹੁਣ ਤੁਸੀਂ ਵੀ ਵਿਚਾਰ ਲਿਆ ਹੈ ਕਿ ਇਸ ਜੰਗ ਤੋਂ ਹਟਣਾ ਹੀ ਉਚਿਤ ਹੈ, ਠੀਕ ਹੈ। ਇਸ ਮੈਂ ਭਲੋ ਇਹ ਸਭ ਹੀ ਕੈ। ਤਾਂ ਇਸ ਦੇ ਵਿੱਚ ਸਭ ਦਾ ਹੀ ਭਲਾ ਹੈ, ਕਿਉਂਕਿ ਬੜੀ ਸੈਨਾ ਦੇ ਮਾਰੇ ਜਾਣ ਦੇ ਨਾਲ ਪਹਾੜੀ ਇਲਾਕੇ ਦੇ ਵਿੱਚ ਘਰ ਘਰ ਦੇ ਵਿੱਚ ਸ਼ੋਕ ਪੈਦਾ ਹੋ ਗਿਆ ਹੈ। ਹੁਣ ਇਸ ਤੋਂ ਚੰਗਾ ਹੈ ਕਿ ਆਪਾਂ ਇਹ ਜੰਗ ਕਰਨ ਤੋਂ ਹਟ ਜਾਈਏ, ਪਿੱਛੇ ਹਟ ਜਾਈਏ। ਤਾਂ ਇਸ ਤਰ੍ਹਾਂ ਦੀਆਂ ਵਿਚਾਰਾਂ ਕਰਕੇ ਜੰਗ ਤੋਂ ਪਿੱਛੇ ਹਟਣ ਦੀਆਂ ਵਿਚਾਰਾਂ ਕਰਦੇ ਹਨ। ਅੱਜ ਜੋ ਇਹ ਪੋਹ ਦੇ ਮਹੀਨੇ ਦੇ ਦਿਨ ਚੱਲ ਰਹੇ ਹਨ, ਇਹਨਾਂ ਹੀ ਦਿਨਾਂ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦਾ ਜੰਗ ਪਹਾੜੀ ਰਾਜਿਆਂ ਔਰ ਬਾਦਸ਼ਾਹੀ ਫੌਜਾਂ ਦੇ ਨਾਲ ਹੋਇਆ। ਤਾਂ ਸਮੇਂ ਦੇ ਅਨੁਸਾਰ ਇਹਨਾਂ ਹੀ ਦਿਨਾਂ ਦੇ ਵਿੱਚ ਬੜੇ ਗੁਰੂ ਕੇ ਯੋਧੇ ਸੂਰਮਿਆਂ ਦੀਆਂ ਸ਼ਹੀਦੀਆਂ ਵੀ ਹੋਈਆਂ। ਇਹਨਾਂ ਹੀ ਸ਼ਹੀਦੀਆਂ ਦੇ ਵਿੱਚੋਂ ਗੁਰੂ ਕੇ ਲਾਲ, ਗੁਰੂ ਕੇ ਸਾਹਿਬਜ਼ਾਦੇ, ਜੋ ਵੱਡੇ ਸਾਹਿਬਜ਼ਾਦੇ ਚਮਕੌਰ ਦੇ ਜੰਗ ਦੇ ਵਿੱਚ ਸ਼ਹੀਦ ਹੋ ਜਾਂਦੇ ਹਨ, ਔਰ ਗੁਰੂ ਕੇ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਇਹ ਸਰਹੰਦ ਦੀਆਂ ਨੀਹਾਂ ਦੇ ਵਿੱਚ ਵਜੀਦੇ ਨੇ ਚਿਣ ਕੇ ਸ਼ਹੀਦ ਕੀਤੇ। ਤਾਂ ਇਹਨਾਂ ਹੀ ਦਿਨਾਂ ਦੇ ਵਿੱਚ ਹੋਰ ਵੀ ਗੁਰੂ ਕੇ ਯੋਧੇ ਸੂਰਮਿਆਂ ਦੀਆਂ ਬੜੀਆਂ ਸ਼ਹੀਦੀਆਂ ਹੋਈਆਂ, ਪਰ ਆਪਣੇ ਧਰਮ ਤੋਂ, ਆਪਣੇ ਈਨ ਤੋਂ ਕਦੇ ਪਿੱਛੇ ਨਹੀਂ ਹਟੇ। ਗੁਰੂ ਕੇ ਛੋਟੇ ਸਾਹਿਬਜ਼ਾਦੇ, ਗੁਰੂ ਕੇ ਲਾਲ, ਜਿਨ੍ਹਾਂ ਨੂੰ ਬੜੀਆਂ ਵਜੀਦੇ ਦੇ ਵੱਲੋਂ ਬਹੁਤ ਸਾਰੇ ਲਾਲਚ ਆਦਿ ਵੀ ਦਿੱਤੇ ਗਏ, ਪਰ ਉਹਨਾਂ ਨੇ ਜੁੱਤੀ ਦੀ ਨੋਕ ਦੇ ਨਾਲ ਨਵਾਬ ਦੀਆਂ ਬਾਦਸ਼ਾਹੀਆਂ, ਨਵਾਬੀਆਂ ਨੂੰ ਠੋਕਰ ਮਾਰ ਦਿੱਤੀ। ਔਰ ਜੋ ਧਨ ਦੌਲਤ ਸੀ ਇਹ ਠੋਕਰ ਮਾਰ ਦਿੱਤੀ, ਔਰ ਬਹੁਤ ਸਾਰੇ ਡਰਾਵੇ ਵੀ ਦਿੱਤੇ ਗਏ ਕਿ ਤੁਹਾਨੂੰ ਇਸ ਤਰ੍ਹਾਂ ਕਰਕੇ ਮਾਰਿਆ ਜਾਵੇਗਾ, ਇਸ ਤਰ੍ਹਾਂ ਕਰਕੇ ਸ਼ਹੀਦ ਕੀਤਾ ਜਾਵੇਗਾ। ਤਾਂ ਗੁਰੂ ਕੇ ਛੋਟੇ ਸਾਹਿਬਜ਼ਾਦੇ ਜੋ 7 ਅਤੇ 9 ਸਾਲ ਦੀ ਉਮਰ ਦੇ ਵਿੱਚ ਸਨ, ਉਹਨਾਂ ਨੇ ਵੀ ਵਜੀਦੇ ਦਾ ਕੋਈ ਡਰ ਨਹੀਂ ਮੰਨਿਆ। ਕਹਿਣ ਲੱਗੇ ਕਿ ਅਸੀਂ ਕਿਸੇ ਵੀ ਤਰ੍ਹਾਂ ਦੇ ਨਾਲ ਤੁਹਾਡੀ ਈਨ ਨਹੀਂ ਮੰਨਾਂਗੇ। ਸਾਡੇ ਗੁਰੂ ਪਿਤਾ ਔਰ ਸਾਡੀ ਦਾਦੀ ਮਾਤਾ ਦੀ ਸਾਨੂੰ ਇਹੀ ਸਿੱਖਿਆ ਹੈ ਕਿ ਆਪਣੇ ਧਰਮ ਦੇ ਉੱਪਰੋਂ ਕੁਰਬਾਨ ਹੋ ਜਾਈਏ, ਪਰ ਦੁਸ਼ਮਣ ਦੀ ਈਨ ਨਹੀਂ ਮੰਨਣੀ ਹੈ। ਆਖਰਕਾਰ ਗੁਰੂ ਕੇ ਲਾਲ, ਗੁਰੂ ਕੇ ਸਾਹਿਬਜ਼ਾਦੇ ਇਹਨਾਂ ਹੀ ਦਿਨਾਂ ਦੇ ਵਿੱਚ, ਪੋਹ ਦੇ ਦਿਨਾਂ ਦੇ ਵਿੱਚ
ਸ਼ਹੀਦੀਆਂ ਪ੍ਰਾਪਤ ਕਰ ਗਏ ਔਰ ਵੱਡਾ ਜਸ ਖੱਟ ਗਏ। ਤਾਂ ਹੁਣ ਇੱਧਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੀ ਜੋ ਕਥਾ ਵਿਚਾਰ ਚੱਲ ਰਹੀ ਹੈ। ਹੁਣ ਜਿਸ ਤਰ੍ਹਾਂ ਪਹਾੜੀ ਫੌਜਾਂ ਨੇ ਹਾਰ ਮੰਨ ਕੇ ਆਪਣੀ ਬਹੁਤ ਸਾਰੀ ਫੌਜ ਸੈਨਾ ਨੂੰ ਮਰਵਾ ਕੇ ਪਿੱਛੇ ਹਟ ਜਾਣਾ ਹੈ, ਇਸ ਟਾਈਮ ਜੰਗ ਰੋਕ ਦੇਣਾ ਹੈ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਵੇਗੀ। ਇਉਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ ਤੇ ਵਿਰਾਜਮਾਨ ਹੋ ਕੇ ਸਿੱਖ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਬਿਨਾ ਲਰਨ ਤੇ ਅਪਰ ਉਪਾਏ, ਕਰੇ ਸਰਬ ਲੈ ਪੁਰੀ ਛੁਟਾਏ। ਬਿਨਾ ਲਰਨ ਤੇ ਅਪਰ ਉਪਾਏ, ਕਰੇ ਸਰਬ ਲੈ ਪੁਰੀ ਛੁਟਾਏ। हे अच्युत पार ब्रह्म अविनाशी अगनाश।